ਧੰਨ ਧੰਨ ਜਾਗਦੀ ਜੋਤ, ਚਵਰ ਤਖਤ ਸਤਰ ਸਿੰਘਾਸਣ ਦੇ ਮਾਲਕ, ਗਰੀਬ ਨਿਵਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਮਹਾਰਾਜ ਜੀਆਂ ਦੀ ਬੇਅੰਤ ਅਤਿਅੰਤ ਕਿਰਪਾਲਤਾ ਦੇ ਸਦਕਾ ਆਪ ਸਰਬੱਤ ਸੰਗਤਾਂ ਹਜੂਰ ਦੀ ਨਿੱਘੀ ਗੋਦ ਦਾ ਆਨੰਦ ਮਾਣ ਰਹੇ ਹੋ। ਹਜੂਰ ਦੀ ਅੰਮ੍ਰਿਤ ਗੁਰਬਾਣੀ ਦੀ ਕਥਾ ਸ਼ਰਵਣ ਕਰਨ ਵਾਸਤੇ ਸੱਜ ਬੈਠੇ ਹੋ। ਜਿਸ ਤਰ੍ਹਾਂ ਬਚਨ ਆਉਂਦੇ ਹਨ, ਗੁਰੂ ਦੀ ਜੇ ਲੋੜ ਹੋਵੇ, ਗੁਰੂ ਵੀ ਅਜਿਹਾ ਹੋਵੇ ਜੈਸਾ ਗੁਰੂ ਗੋਬਿੰਦ ਸਿੰਘ ਮਾਤਾ ਗੁਜਰੀ ਦੇ ਲਾਲ ਜੀ। ਜੇ ਗੁਰੂ ਦੀ ਕਹਿੰਦੇ ਲੋੜ ਹੋਵੇ ਤਾਂ ਗੁਰੂ ਵੀ ਐਸਾ ਹੋਣਾ ਚਾਹੀਦਾ ਹੈ। ਮਰਦ ਗੰਮੜੇ ਬਾਜਾਂ ਵਾਲੇ ਪਿਤਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਆਂ ਵਰਗਾ ਅੰਮ੍ਰਿਤ ਦਾ ਸੋਮਾ ਹੋਵੇ, ਤਪਦਿਆਂ ਨੂੰ ਠਾਰ ਦੇਵੇ। ਭਾਵ ਜੋ ਅੰਮ੍ਰਿਤ ਦਾ ਹੀ ਸੋਮਾ ਹੋਣ ਤੇ ਤਪਦੇ ਹਿਰਦੇ, ਭਾਵ ਕਿ ਦਰਸ਼ਨ ਹੀ ਐਸੇ ਹੋਣ ਉਹਨਾਂ ਦੇ, ਜਿਸ ਤਰ੍ਹਾਂ ਖਾਲਸਾ ਜੀ ਤਪਦੇ ਹੋਏ ਹਿਰਦੇ ਵੀ ਠੰਡ ਪੈ ਜਾਵੇ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅਤੇ ਖਾਲਸਾ ਜੀ ਜਿਸ ਤਰ੍ਹਾਂ ਜ਼ਿਕਰ ਆਉਂਦਾ ਹੈ ਕਿ ਤਪਦੇ ਹੋਏ ਹਿਰਦੇ, ਜੋ ਖਾਲਸਾ ਜੀ ਮਹਾਰਾਜ ਜੀਆਂ ਤੇ ਚੜ੍ਹ ਕੇ ਆਏ ਸੀ, ਮਹਾਰਾਜ ਜੀਆਂ ਦੇ ਦਰਸ਼ਨ ਕਰਦੇ ਹੀ ਮਰੀਦ ਹੋ ਗਏ। ਮਹਾਰਾਜ ਜੀਆਂ ਦੇ ਸੈਦਾ ਬੇਗ ਸਾਧ ਸੰਗਤ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਆਂ ਨੂੰ ਕਹਿੰਦਾ ਸੀ, ਮੈਂ ਜਿੰਦਾ ਹੀ ਪਕੜ ਕੇ ਲੈ ਜਾਵਾਂਗਾ। ਜਿਸ ਸਮੇਂ ਇੱਧਰੋਂ ਲਾਹੌਰ ਤੋਂ ਦਿੱਲੀ ਵੱਲ ਜਾ ਰਿਹਾ ਸੀ, ਪਹਾੜੀ ਰਾਜਿਆਂ ਨੇ ਆਖਿਆ, ਗੁਰੂ ਗੋਬਿੰਦ ਸਿੰਘ ਮਹਾਰਾਜ ਚਮਕੌਰ ਦੇ ਬਾਹਰ ਇੱਕ ਟਿੱਬੇ ਤੇ ਥੋੜੇ ਜਿਹੇ ਸਿੰਘਾਂ ਨਾਲ ਹੀ ਵਿਚਰ ਰਹੇ ਹਨ। ਹਜੂਰ ਦੇ ਪਾਸ ਇੰਨੀ ਭਾਵ ਮਨੀਸ਼ਣ ਭਾਵ ਅਸਲਾ ਸ਼ਸਤਰ ਵੀ ਨਹੀਂ ਹੈਗਾ। ਹਜੂਰ ਦੇ ਪਾਸ ਥੋੜੇ ਸਿੰਘ ਨੇ, ਜੇ ਪਿੱਛੋਂ ਸੱਦਣਗੇ ਤਾਂ ਆਨੰਦਪੁਰ ਸਾਹਿਬ ਵੀ ਦੂਰ ਹੈ। ਤੁਸੀਂ ਹਜੂਰ ਨੂੰ ਪਕੜ ਲਵੋ, ਜਿਸ ਕਰਕੇ ਬਾਦਸ਼ਾਹ ਤੁਹਾਨੂੰ ਬਹੁਤ ਇਨਾਮ ਦੇਵੇਗਾ। ਅਤੇ ਖਾਲਸਾ ਜੀ ਜਿਸ ਸਮੇਂ ਸੈਦਾ ਬੇਗ ਆਉਂਦਾ ਹੈ, ਰਸਤੇ ਵਿੱਚ ਆਪਣੀ ਭੈਣ ਦੇ ਘਰ ਰੁਕਦਾ ਹੈ। ਜਿਸ ਸਮੇਂ ਪਤਾ ਲੱਗਦਾ ਹੈ ਕਿ ਭੈਣ ਪੁੱਛਦੀ ਹੈ ਕਿੱਥੇ ਚੱਲਿਆ ਹੈ, ਭੈਣ ਨੂੰ ਕਹਿੰਦਾ ਹੈ, ਭੈਣ ਅਰਦਾਸ ਕਰੀ ਕਿ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਆਂ ਤੇ ਚੜ੍ਹਾਈ ਕਰਕੇ ਚੱਲਿਆ ਹਾਂ। ਉਸ ਸਮੇਂ ਭੈਣ ਨੇ ਹਿਰਦੇ ਵਿੱਚੋਂ ਅਰਦਾਸ ਕੀਤੀ ਸੀ, ਹੇ ਬਾਜਾਂ ਵਾਲੇ ਪਿਤਾ ਜੀ, ਮੈਂ ਨਹੀਂ ਕਹਿੰਦੀ ਮੇਰੇ ਵੀਰ ਨੂੰ ਤੀਰ ਨਾ ਮਾਰਿਓ, ਮੇਰੇ ਵੀਰ ਨੂੰ ਜ਼ਰੂਰ ਤੀਰ ਮਾਰਿਓ, ਪਰ ਆਪਣੇ ਭੱਥੇ 'ਚੋਂ ਨਹੀਂ, ਆਪਣੀਆਂ ਨਿਗਾਹਾਂ ਦਾ ਤੀਰ ਮਾਰ ਦਿਓ। ਜਿਸ ਸਮੇਂ ਲਹੂ ਲਿਬੜੀ ਜੋ ਕਿਰਪਾਨ ਸੀ, ਸੈਦਾ ਬੇਗ ਹਜੂਰ ਦੇ ਸਾਹਮਣੇ ਆਇਆ ਜੰਗ ਦੇ ਮੈਦਾਨ ਵਿੱਚ, ਕਿਰਪਾਨ ਹੱਥੋਂ ਛੁੱਟ ਗਈ, ਹਜੂਰ ਦੇ ਚਰਨਾਂ ਤੇ ਢਹਿ ਪਿਆ। ਇਸ ਤਰ੍ਹਾਂ ਬਚਨ ਆਉਂਦੇ ਹਨ ਕਿ ਅੰਮ੍ਰਿਤ ਦਾ ਸੋਮਾ ਹੋਵੇ, ਤਪਦਿਆਂ ਨੂੰ ਠਾਰ ਦੇਵੇ, ਪਾਪ ਅੱਗ ਵਿੱਚੋਂ ਲੇਵੇ ਸਿੱਖ ਨੂੰ ਨਿਕਾਲ ਜੀ। ਕਿ ਪਾਪਾਂ ਦੀ ਅੱਗ ਦੇ ਵਿੱਚੋਂ ਜਿਹੜਾ ਸਿੱਖ ਨੂੰ ਕੱਢ ਲਵੇ। ਜਿਸ ਤਰ੍ਹਾਂ ਖਾਲਸਾ ਜੀ ਜ਼ਿਕਰ ਆਉਂਦਾ ਹੈ, ਭਾਈ ਜੋਗਾ ਹਜੂਰ ਨੇ ਆਪ ਸਾਰੀ ਰਾਤ ਪਹਿਰਾ ਦੇ ਕੇ ਭਾਈ ਜੋਗੇ ਨੂੰ ਵੇਸ਼ਵਾ ਦੇ ਦੁਆਰੇ ਤੇ ਨਾ ਸੀ ਚੜ੍ਹਨ ਦਿੱਤਾ। ਆਪ ਹਜੂਰ ਸਾਰੀ ਰਾਤ ਪਹਿਰਾਦਾਰ ਬਣ ਕੇ ਖੜੇ ਰਹੇ। ਬਚਨ ਆ ਰਹੇ ਹਨ, ਪਾਪ ਅੱਗ ਵਿੱਚੋਂ ਲੇਵੇ ਸਿੱਖ ਨੂੰ ਨਿਕਾਲ ਜੀ। ਜ਼ਿਕਰ ਆਉਂਦਾ ਹੈ, ਸਾਧ ਸੰਗਤ ਜੀ, ਐਸਾ ਮਹਾਰਾਜ ਜੀਆਂ ਦਾ ਨਾਮ ਪਵਿੱਤਰ ਹੈ। ਸਿੰਘਾਂ ਤੋਂ ਸ਼ਰਵਣ ਸੁਣਨ ਨੂੰ ਮਿਲਿਆ ਸੀ ਕਿ ਜਿੱਥੇ ਉਹ ਗਨਕਾ ਦਾ ਦੁਆਰਾ ਸੀ, ਉਸ ਜਗ੍ਹਾ ਤੇ ਭਾਈ ਜੋਗਾ ਜੀਆਂ ਦੇ ਨਾਮ ਤੇ ਗੁਰਦੁਆਰਾ ਸਾਹਿਬ ਅੱਜ ਸੁਸ਼ੋਭਿਤ ਹੈ। ਹਜੂਰ ਅੱਗੇ ਅਰਦਾਸ ਕਰੀਏ, ਜਿਸ ਤਰ੍ਹਾਂ ਮਹਾਰਾਜ ਜੀ ਸਾਨੂੰ ਵੀ ਐਸੀ ਪ੍ਰੀਤ ਲੱਗ ਜਾਵੇ ਆਪ ਜੀਆਂ ਦੇ ਚਰਨਾਂ ਦੇ ਨਾਲ। ਜਿਸ ਤਰ੍ਹਾਂ ਸਾਰੇ ਹੀ ਕਹਿੰਦੇ ਹਾਂ, ਅਸੀਂ ਹਜੂਰ ਨੂੰ ਤਾਂ ਬੜਾ ਪ੍ਰੇਮ ਕਰਦੇ ਹਾਂ। ਹਜੂਰ ਕਹਿੰਦੇ ਹਨ, ਆਸ਼ਿਕ ਇਹ ਨਾ ਆਖੀਐ ਜੇ ਲੇਖੈ ਵਰਤੈ ਸੋਏ। ਭਾਵ ਉਹ ਆਸ਼ਿਕ ਨਹੀਂ ਕਹੇ ਜਾਂਦੇ ਜੋ ਲੇਖਿਆਂ ਨਾਲ ਵਰਤਦੇ ਹਾਂ। ਜੋ ਖਾਲਸਾ ਜੀ ਥੋੜਾ ਜਿਹਾ, ਜਿਸ ਤਰ੍ਹਾਂ ਹਜੂਰ ਕਹਿੰਦੇ ਹਨ, ਗੁਰਸਿੱਖਾ ਨਿਤਨੇਮ ਕਰਿਆ ਕਰ। ਆਪਾਂ ਤਾਂ ਲੇਖੇ ਵਿੱਚ ਉਹਨੇ ਵੀ ਪਾਠ ਨਹੀਂ ਕਰਦੇ ਜਿੰਨੇ ਹਜੂਰ ਨੇ 5 ਬਾਣੀਆਂ ਦਾ ਅੰਮ੍ਰਿਤ ਵੇਲੇ ਨਿਤਨੇਮ ਕਿਹਾ ਹੈ ਕਰਨ ਨੂੰ। ਕਹਿਣ ਨੂੰ ਕਹਿੰਦੇ ਆ, ਹਜੂਰ ਅਸੀਂ ਤੁਹਾਡੇ ਗੁਰੂ ਕੇ ਸਿੱਖ ਹਾਂ, ਸੰਸਾਰ ਦੇ ਵਿੱਚ ਗਿਆਨੀ ਜੀ ਜਥੇਦਾਰ ਆਦਿਕ ਸਿੰਘ ਨਾਮ ਲਾਉਣੇ ਹਾਂ, ਪਰ ਹਜੂਰ ਨਿਤਨੇਮ ਮਹਾਰਾਜ ਜੀ ਹੁੰਦਾ ਨਹੀਂ। ਤੇ ਜੇ ਹੋਵੇ ਤਾਂ ਟਾਈਮ ਤੇ ਨਹੀਂ ਹੁੰਦਾ, ਜੇ ਟਾਈਮ ਤੇ ਵੀ ਨਹੀਂ ਹੁੰਦਾ ਹਜੂਰ ਸੁਣ ਹੀ ਲੈਨੇ ਆ, ਕਿਉਂਕਿ ਲੇਖੇ ਵਿੱਚ ਵਰਤਦੇ ਆਣਾ ਹਜੂਰ ਦੇਣੀ ਥੇਲੀ ਤੇ ਮੰਗਣੀ ਹਵੇਲੀ। ਮਹਾਰਾਜ ਜੀ ਜਦੋਂ ਤੁਹਾਡੇ ਤੋਂ ਮੰਗਣ ਵਾਸਤੇ ਆਉਣੇ ਆ ਤਾਂ ਬਹੁਤ ਮੰਗਦੇ ਹਾਂ। ਹਜੂਰ ਕਹਿੰਦੇ ਹਨ, ਇਹ ਆਸ਼ਿਕ ਨਹੀਂ ਕਹੇ ਜਾਂਦੇ ਜੋ ਹਜੂਰ ਨੂੰ ਪ੍ਰੇਮ ਕਰਿਆ ਕਰਦੇ ਹਨ।
ਜਿਸ ਤਰ੍ਹਾਂ ਜ਼ਿਕਰ ਆਉਂਦਾ। ਫਿਰ ਹਜੂਰ ਨਾਲ ਗਿਣਤੀ ਦਾ ਪਿਆਰ ਨਹੀਂ, ਬਹੁਤਾ ਪਿਆਰ ਕਰਦੇ ਹਨ। ਜਿਸ ਤਰ੍ਹਾਂ ਭਾਈ ਪਾਰੋ ਜੀ ਕਹਿੰਦੇ ਹਨ, ਤੁਧ ਸਾਲਾਹੇ ਨਾ ਰੱਜਾਂ ਕਬਹੂੰ, ਸੱਚੇ ਨਾਵੇਂ ਕੀ ਭੁੱਖ ਲਾਵਣਿਆ। ਹਜੂਰ ਤੁਹਾਡੀ ਸਿਫਤ ਸਲਾਹ ਕਰਦਿਆਂ ਕਦੇ ਰੱਜਾਂ ਨਾ, ਕਦੇ ਥੱਕਾਂ ਨਾ, ਸੱਚੇ ਨਾਮ ਦੀ ਭੁੱਖ ਲੱਗ ਜਾਵੇ। ਜਿਸ ਤਰ੍ਹਾਂ ਆਪ ਜੀਆਂ ਨੇ ਭਾਈ ਪਾਰੋ ਜੀਆਂ ਦੇ ਪ੍ਰਸੰਗ ਸੁਣੇ ਹਨ, ਹਜੂਰ ਦੇ ਪਾਸ ਆ ਕੇ ਕਹਿੰਦੇ ਹਨ, ਹਜੂਰ ਨਾਮ ਦੀ ਦਾਤ ਬਖਸ਼ੋ। ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਕਹਿੰਦੇ ਹਨ, ਭਾਈ ਪਾਰੋ ਤੇਰੇ ਮੂੰਹ ਵਿੱਚ ਨਾਮ ਚੱਲਿਆ ਕਰੇਗਾ। ਭਾਈ ਪਾਰੋ ਜੀ ਇੱਥੇ ਰੱਜ ਨਹੀਂ ਆਇਆ, ਹਜੂਰ ਪਾਸ ਫਿਰ ਜਾ ਕੇ ਕਹਿੰਦੇ ਹਨ, ਹਜੂਰ ਮਹਾਰਾਜ ਜੀ ਅੱਗੇ ਅਵਸਥਾ ਬਖਸ਼ੋ। ਹਜੂਰ ਕਹਿੰਦੇ ਹਨ, ਤੇਰੇ ਹਿਰਦੇ ਵਿੱਚ ਨਾਮ ਚੱਲਿਆ ਕਰੇਗਾ। ਥੋੜੇ ਦਿਨਾਂ ਬਾਅਦ ਭਾਈ ਪਾਰੋ ਜੀ ਫਿਰ ਆ ਜਾਂਦੇ ਹਨ, ਹਜੂਰ ਨਾਮ ਦੀ ਦਾਤ ਬਖਸ਼ੋ। ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਕਿਰਪਾ ਕਰੋ। ਉਸ ਸਮੇਂ ਹਜੂਰ ਕਹਿੰਦੇ ਹਨ, ਰੋਮ ਰੋਮ ਵਿੱਚ ਭਾਈ ਪਾਰੋ ਜੀ ਨਾਮ ਚੱਲਿਆ ਕਰੇਗਾ। ਥੋੜੇ ਦਿਨਾਂ ਬਾਅਦ ਫਿਰ ਆ ਜਾਂਦੇ ਹਨ ਭਾਈ ਪਾਰੋ ਜੀ, ਮਹਾਰਾਜ ਜੀ ਰੱਜ ਨਹੀਂ ਆਉਂਦਾ। ਤੁਧ ਸਾਲਾਹੇ ਨਾ ਰੱਜਾਂ ਕਬਹੂੰ, ਸੱਚੇ ਨਾਵੇਂ ਕੀ ਭੁੱਖ ਲਾਵਣਿਆ। ਜਿਸ ਤਰ੍ਹਾਂ ਜ਼ਿਕਰ ਆਉਂਦਾ ਹੈ, ਆਸ਼ਿਕ ਇਹ ਨਾ ਆਖੀਐ, ਜੇ ਲਿਖੈ ਵਰਤੈ ਸੋਏ। ਉਹ ਵੀ ਖਾਲਸਾ ਜੀ ਧਨ ਇਕੱਠਾ ਕਰਦੇ ਹਨ, ਪਰ ਉਹ ਖਾਲਸਾ ਜੀ ਜਿਸ ਤਰ੍ਹਾਂ ਸ਼ਾਹੂਕਾਰ ਇੱਕ ਸਿੱਖ ਨੂੰ ਪੁੱਛਦਾ ਹੈ ਕਿ ਤੂੰ ਇੰਨਾ ਸਮਾਂ ਨਾਮ ਕਿਵੇਂ ਜਪਦਾ ਹੈ। ਸਿੱਖ ਪੁੱਛਦਾ ਹੈ, ਸ਼ਾਹੂਕਾਰਾ ਤੂੰ ਵਾਰ-ਵਾਰ ਧਨ ਗਿਣ ਗਿਣ ਕੇ ਖੁਸ਼ ਕਿਉਂ ਹੁੰਦਾ ਹੈ। ਸ਼ਾਹੂਕਾਰ ਕਹਿੰਦਾ ਹੈ, ਜਦੋਂ ਮੇਰੇ ਧਨ ਵਿੱਚ ਮੈਂ ਵਾਧਾ ਦੇਖਦਾ ਹਾਂ ਮੈਨੂੰ ਖੁਸ਼ੀ ਹੁੰਦੀ ਹੈ। ਪ੍ਰੇਮ ਵਾਲੇ ਜੋ ਹਜੂਰ ਦੇ ਚਰਨਾਂ ਦੇ ਆਸ਼ਕ ਹੁੰਦੇ ਹਨ, ਕਹਿੰਦੇ ਹਨ, ਜਦੋਂ ਅਸੀਂ ਵੀ ਆਪਣੇ ਨੇਮ ਵਿੱਚ ਵਾਧਾ ਦੇਖਦੇ ਹਾਂ, ਨਾਮ ਧਨ ਵਿੱਚ, ਸਾਨੂੰ ਵੀ ਇੰਨੀ ਖੁਸ਼ੀ ਹੁੰਦੀ ਹੈ। ਆਸ਼ਕਾਂ ਦੀ ਨਿਸ਼ਾਨੀ ਜਿਸ ਤਰ੍ਹਾਂ ਆਉਂਦੀ ਹੈ, ਆਸ਼ਕਾਰਾ ਨੌ ਨਿਸ਼ਾਨੀ ਹੈ ਪਿਸਰ, ਆਹ ਸਰਦੋ ਰੰਗ ਜਰਦੋ ਚਸ਼ਮਤਰ, ਕਮ ਗੁਫਤਨੋ ਕਮ ਖੁਰਦਨੋ ਖਵਾਬੇ ਹਰਾਮ, ਇੰਤਜ਼ਾਰੀ ਬੇਕਰਾਰੀ ਦਸਤੇ ਸਰ। ਭਾਵੇਂ ਆਸ਼ਕਾਂ ਦੀ ਨਿਸ਼ਾਨੀ ਦੱਸੀ ਗਈ ਹੈ, ਭਾਵ ਜੋ 9 ਨਿਸ਼ਾਨੀਆਂ ਹਨ ਉਹ ਠੰਡੇ ਹੌਕੇ ਲੈਣ ਲੱਗ ਜਾਂਦੇ ਹਨ। ਰੰਗ ਜ਼ਰਦੋ, ਜਿਸ ਤਰ੍ਹਾਂ ਖਾਲਸਾ ਜੀ ਫਰੀਦਾ ਕਾਲੇ ਮੈਡੇ ਕੱਪੜੇ, ਕਾਲਾ ਮੈਡਾ ਵੇਸ, ਗੁਣ ਹੀ ਭਰਿਆ ਮੈਂ ਫਿਰਾਂ, ਲੋਕ ਕਹੈ ਦਰਵੇਸ਼। ਉਹਨਾਂ ਦਾ ਰੰਗ ਪੀਲਾ ਪੈ ਜਾਂਦਾ ਹੈ, ਤਪ ਦੇ ਜ਼ੋਰ ਕਰਕੇ ਫਰੀਦ ਜੀਆਂ ਦਾ ਰੰਗ ਕਹਿੰਦੇ ਹਨ ਕਾਲਾ ਮੈਡਾ ਵੇਸ। ਮੇਰਾ ਤਾਂ ਸਰੀਰ ਵੀ ਤਪ ਕਰਕੇ ਪੀਲਾ ਪੈ ਗਿਆ ਹੈ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਕਾਲੇ ਮੈਡੇ ਕੱਪੜੇ, ਫਰੀਦ ਜੀ ਕੱਪੜੇ ਵੀ ਕਾਲੇ ਰੰਗ ਦੇ ਪਾਇਆ ਕਰਦੇ ਸਨ। ਕਹਿੰਦੇ ਹਨ, ਹੇ ਹਜੂਰ ਇੰਨਾ ਤਪ ਕੀਤਾ ਫਿਰ ਵੀ ਨਿਮਰਤਾ ਨਾਲ ਕਹਿੰਦੇ ਹਨ, ਮਹਾਰਾਜ ਜੀ ਗੁਨਾਹਾਂ ਦਾ ਭਰਿਆ ਹਾਂ, ਪਰ ਹੇ ਅੱਲਾ ਇਹ ਜੱਗ ਦੇ ਲੋਕ ਮੈਨੂੰ ਫਕੀਰ ਕਹਿੰਦੇ ਹਨ ਕਿ ਫਰੀਦ ਫਕੀਰ ਹੈ। ਇਹ ਆਸ਼ਕਾਂ ਦੀਆਂ ਨਿਸ਼ਾਨੀਆਂ ਹੋਈਆਂ ਕਰਦੀਆਂ ਹਨ। ਆਹ ਸਰਦੋ ਰੰਗ ਜਰਦੋ ਚਸ਼ਮਤਰ, ਹਰ ਸਮੇਂ ਨੇਤਰਾਂ ਦੇ ਵਿੱਚ ਹਜੂਰ ਦੇ ਪਾਉਣ ਦਾ ਬਰਾਗ ਲੱਗਾ ਰਹਿੰਦਾ ਹੈ। ਕਮ ਗੁਫਤਨੋਂ ਘੱਟ ਬੋਲਦੇ ਹਨ, ਕਮ ਖੁਰਦਨੋਂ ਖਵਾਬੇ ਹਰਾਮ, ਘੱਟ ਸੌਂਦੇ ਹਨ, ਖਾਣਾ ਪੀਣਾ ਉਹਨਾਂ ਨੂੰ ਚੰਗਾ ਨਹੀਂ ਲੱਗਦਾ। ਇੰਤਜ਼ਾਰੀ ਬੇਕਰਾਰੀ, ਭਾਵ ਇੰਤਜ਼ਾਰ ਹੀ ਲੱਗਾ ਰਹਿੰਦਾ ਹੈ ਕਿ ਇੱਕ ਦਿਨ ਆਵੇਗਾ। ਦੇਖ ਮਣਾ, ਜਿਸ ਤਰ੍ਹਾਂ ਬਸੰਤ ਦਾ ਮਹੀਨਾ ਚੱਲ ਪਿਆ ਹੈ, ਫੱਗਣ ਦੀ ਰੁੱਤ ਹੈ, ਹਜੂਰ ਜ਼ਰੂਰ ਤੇਰੇ ਮਨ ਵਿੱਚ ਪ੍ਰਗਟ ਹੋਣਗੇ, ਤੂੰ ਨਿਸ਼ਚਾ ਕਰ। ਇੰਤਜ਼ਾਰੀ ਬੇਕਰਾਰੀ ਦਸਤੇ ਸਰ, ਆਪਣਾ ਸਿਰ ਫੜ ਕੇ ਬੈਠੇ ਰਹਿੰਦੇ ਹਨ ਯਾਦ ਦੇ ਵਿੱਚ। ਸਾਧ ਸੰਗਤ ਜੀ, ਅੱਜ ਵਾਲੇ ਸ਼ਬਦ ਦੇ ਵਿੱਚ ਜਿਸ ਸਮੇਂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਪਰਾਏ ਰਾਗ ਦੀ ਧਰਤੀ ਤੇ ਪਹੁੰਚੇ ਹਨ, ਫਿਰ ਜਿਨ੍ਹਾਂ ਨੂੰ ਖਾਲਸਾ ਜੀ ਹਜੂਰ ਦੇ ਚਰਨਾਂ ਦਾ ਪ੍ਰੇਮ ਲੱਗ ਜਾਂਦਾ ਹੈ, ਉਹ ਆਪਣੇ ਮਨ ਦੀ ਹਾਲਤ ਹਜੂਰ ਅੱਗੇ ਰੱਖ ਕੇ ਦੱਸਦੇ ਹਨ। ਹਜੂਰ ਇਸ ਤਰ੍ਹਾਂ ਹੁੰਦਾ ਹੈ ਕਿਉਂਕਿ ਜਦੋਂ ਪੂਰਬਲੇ ਕਰਮਾਂ ਕਰਕੇ ਚੇਸ਼ਟਾ ਜਾਗਦੀ ਹੈ ਤੇ ਮਨ ਵਿੱਚ ਆਉਂਦਾ ਹੈ ਕਿ ਕਿਹੜਾ ਕਰਮ ਕਰਾਂ ਜਿਸ ਕਰਕੇ ਮੈਨੂੰ ਮੋਕਸ਼ ਦੀ ਪ੍ਰਾਪਤੀ ਹੋਵੇ। ਜਿਸ ਤਰ੍ਹਾਂ ਖਾਲਸਾ ਜੀ ਅੰਮ੍ਰਿਤ ਵੇਲੇ ਉੱਠਿਆ ਨਹੀਂ ਜਾਂਦਾ, ਕਈ ਵਾਰਾਂ ਕਹਿ ਮਨ ਵਿੱਚ ਤਾਂ ਸੋਚਦੇ ਹਾਂ ਕੱਲ ਨੂੰ ਅੰਮ੍ਰਿਤ ਵੇਲੇ ਉੱਠਿਆ ਕਰਾਂਗੇ, ਪਰ ਉੱਠਿਆ ਨਹੀਂ ਜਾਂਦਾ। ਨਾਮ ਜਪਣ ਲੱਗੀਏ, ਨਾਮ ਜਪਿਆ ਨਹੀਂ ਜਾਂਦਾ। ਸੇਵਾ ਕਰਨ ਲੱਗੀਏ, ਸੇਵਾ ਨਹੀਂ ਹੁੰਦੀ। ਪਰ ਮਨ ਦੇ ਵਿੱਚ ਕਈ ਵਾਰ ਖਾਲਸਾ ਜੀ ਪੁਰਾਣੇ ਕਰਮਾਂ ਕਰਕੇ ਵਿੱਚ ਭਾਵ ਆਉਂਦੇ ਹਨ, ਮਣਾ ਤੂੰ ਵੀ ਕਰਿਆ ਕਰ, ਦੇਖ ਕਿੰਨੇ ਸਿੰਘ
ਕਰਦੇ ਹਨ ਸੇਵਾ। ਜਿਸ ਤਰ੍ਹਾਂ ਖਾਲਸਾ ਜੀ ਫਿਰ ਕੋਈ ਔਗਣ ਕੀਤੇ ਹੁੰਦੇ ਹਨ ਐਸੇ, ਜਿਨ੍ਹਾਂ ਕਰਕੇ ਮਨ ਵਿੱਚ ਉਦਮ ਹੀ ਨਹੀਂ ਉੱਠਦਾ, ਮਨ ਆਲਸ ਕਰੀ ਜਾਂਦਾ ਹੈ, ਭਜਨ ਵਿੱਚ ਚਿੱਤ ਹੀ ਨਹੀਂ ਲੱਗਦਾ। ਜੇ 10-12 ਦਿਨ ਰੂਟੀਨ ਬਣ ਜਾਵੇ, 12ਵੇਂ ਦਿਨ ਫਿਰ ਉਹੋ ਜਿਹਾ ਮਨ ਉਦਮ ਹੀ ਨਹੀਂ, ਆਲਸ ਪਾ ਜਾਂਦਾ। ਦੇਖ ਕੀ ਹੋਇਆ ਹੈ, ਇੰਨੇ ਦਿਨਾਂ 'ਚ ਕੁਝ ਨਹੀਂ ਹੋਇਆ, ਇੱਕ ਦਿਨ 'ਚ ਕੀ ਹੋ ਜਾਵੇਗਾ। ਇਸ ਤਰ੍ਹਾਂ ਦੇ ਮਨ ਫੁਰਨੇ ਕਰਦਾ ਹੈ। ਤਾਂ ਖਾਲਸਾ ਜੀ ਫਿਰ ਜਿਸ ਤਰ੍ਹਾਂ ਹਜੂਰ ਦੇ ਅੱਗੇ ਗੁਰਸਿੱਖ ਅਰਦਾਸ ਕਰਦੇ ਹਨ, ਮਹਾਰਾਜ ਜੀ ਕਿਹੜੇ ਕਰਮ ਕੀਤੇ ਜਾਣ, ਜਿਨ ਕੇ ਭਾਗ ਭਲੇ ਜਗ ਅੰਤਰ, ਤੇ ਗੁਰ ਸ਼ਬਦ ਕਮਾਏ, ਸਤਿਗੁਰ ਸ਼ਬਦ ਦੀਪ ਉਜਿਆਰੋ, ਅੰਤਰ ਕਪਟ ਖੁਲਾਏ। ਜਿਸ ਤਰ੍ਹਾਂ ਖਾਲਸਾ ਜੀ ਜਿਨ੍ਹਾਂ ਦੇ ਵੱਡੇ ਭਾਗ ਹੋਣ ਇਸ ਯੁੱਗ ਦੇ ਵਿੱਚ, ਉਹੀ ਗੁਰੂ ਦਾ ਸ਼ਬਦ ਕਮਾ ਸਕਦੇ ਹਨ। ਗੁਰੂ ਦਾ ਸ਼ਬਦ ਇੱਕ ਦੀਪਕ ਦੀ ਨਿਆਈ, ਜੋ ਅੰਦਰ ਅੰਧਕਾਰ ਦੇ ਅੰਧੇਰੇ ਨੂੰ ਨਾਸ਼ ਕਰ ਦਿੰਦਾ ਹੈ। ਆਓ ਜਿਸ ਤਰ੍ਹਾਂ ਸਾਧੂ ਮਹਾਤਮਾ ਹਜੂਰ ਅੱਗੇ ਅਰਦਾਸ ਕਰਦੇ ਹਨ, ਆਪਾਂ ਵੀ ਹਜੂਰ ਅੱਗੇ ਅਰਦਾਸ ਕਰੀਏ। ਫਿਰ 2 ਪਦਿਆਂ ਤੋਂ ਬਾਅਦ ਹਜੂਰ ਜਿਵੇਂ ਉਹਨਾਂ ਨੂੰ ਉੱਤਰ ਦਿੰਦੇ ਹਨ, ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਹਜੂਰ ਦਾ ਅੰਮ੍ਰਿਤ ਉਪਦੇਸ਼ ਸ਼ਰਵਣ ਕਰਨ ਤੋਂ ਪਹਿਲਾਂ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਨਾਵਾ। ਸੋਰਠ ਰਾਗ ਵਿੱਚ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਮੇਰਾਂ ਦੇ ਘਰ ਵਿੱਚ ਆਏ ਹਨ। ਹਜੂਰ ਅੰਮ੍ਰਿਤ ਗੁਰਬਾਣੀ ਦੀ ਵਰਖਾ ਕਰ ਰਹੇ ਹਨ। ਪ੍ਰਾਣੀ ਕੌਣ ਉਪਾਉ ਕਰੈ। ਹਜੂਰ ਇਹ ਜੋ ਪ੍ਰਾਣੀ ਹੈ, ਇਹ ਕਿਹੜਾ ਉਪਾਉ ਕਰੇ। ਹਜੂਰ ਕਿਹੜੇ ਕਰਮ ਕਰਨਾ ਕਰੀਏ ਜਿਸ ਕਰਕੇ ਸਾਡੀ ਮੁਕਤੀ ਹੋ ਜਾਵੇ। ਹਜੂਰ ਕਿਹੜੇ ਕਰਮ ਕਰਨਾ ਕਰੀਏ ਮਹਾਰਾਜ ਜੀ, ਜਿਨ੍ਹਾਂ ਨਾਲ ਆਪ ਜੀਆਂ ਦੇ ਚਰਨਾਂ ਨਾਲ ਪ੍ਰੇਮ ਬਣ ਆਵੇ। ਹਜੂਰ ਕਿਹੜੇ ਕਰਮ ਕਰਨਾ ਕਰੀਏ। ਜਾਤੇ ਭਗਤ ਰਾਮ ਕੀ ਪਾਵੈ। ਜਿਸ ਕਰਕੇ ਮਹਾਰਾਜ ਜੀ ਜੋ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਹੈ, ਜੋ ਰਾਮ ਰੋਮ ਰੋਮ ਵਿੱਚ ਵਸ ਰਿਹਾ ਹੈ, ਰਮਿਆ ਹੋਇਆ ਹੈ, ਜੋ ਮਹਾਰਾਜ ਜੀਓ ਦੀ ਭਗਤੀ ਵਿੱਚ ਸਾਡਾ ਵੀ ਕਿਤੇ ਮਨ ਠਹਿਰ ਜਾਵੇ। ਮਹਾਰਾਜ ਜੀ ਸੋਚਦੇ ਤਾਂ ਬਹੁਤ ਹਾਂ ਕਿ ਅੰਮ੍ਰਿਤ ਵੇਲੇ ਉੱਠਿਆ ਕਰਾਂਗੇ, ਆਹ ਕਰਿਆ ਕਰਾਂਗੇ, ਪਰ ਮਹਾਰਾਜ ਜੀ ਸਾਨੂੰ ਪਤਾ ਹੀ ਨਹੀਂ ਲੱਗਦਾ। ਦਿਨ ਦੇ 12 ਵੱਜ ਜਾਂਦੇ ਹਨ, ਸੂਰਜ ਸਿਰ ਤੇ ਚੜ੍ਹ ਆਉਂਦਾ ਹੈ, ਉਦੋਂ ਉੱਠੀਦਾ ਹੈ, ਓਹੋ 12 ਵੱਜ ਗਏ ਨੇ। ਤਾਂ ਮਹਾਰਾਜ ਜੀ ਕਿਰਪਾ ਕਰੋ, ਪਤਾ ਹੀ ਨਹੀਂ ਲੱਗਦਾ। ਪ੍ਰੇਮ ਤੋਂ ਸਖਣੇ ਜੀਵਨ ਬਤੀਤ ਹੁੰਦੇ ਜਾ ਰਹੇ ਨੇ। ਜਮ ਕੋ ਤਰਾਸ ਹਰੈ। ਮਹਾਰਾਜ ਜੀ ਮਨ ਦੇ ਵਿੱਚ ਡਰ ਹੀ ਲੱਗਾ ਰਹਿੰਦਾ ਹੈ ਕਿਤੇ ਵੀ ਜਾਈਏ ਮਹਾਰਾਜ ਜੀ, ਕਿਉਂਕਿ ਕੋਈ ਚੰਗੇ ਕਰਮ ਕੀਤੇ ਹੀ ਨਹੀਂ। ਮਨ ਦੇ ਵਿੱਚ ਮਹਾਰਾਜ ਜੀ ਜਮਾਂ ਦਾ ਡਰ ਪਿਆ ਰਹਿੰਦਾ ਹੈ, ਕਿਤੇ ਮਹਾਰਾਜ ਜੀ ਕਿਹੜੇ ਕੰਮ ਐਸੇ ਕਰਨਾ ਕਰੀਏ। ਰਹਾਉ। ਮਹਾਰਾਜ ਜੀ ਹੁਣ ਵਿਸ਼ਰਾਮ ਦੇ ਕੇ ਜਿਸ ਤਰ੍ਹਾਂ ਅੱਗੇ ਗੁਰਸਿੱਖ ਖਾਲਸਾ ਜੀ ਬੇਨਤੀ ਕਰਦੇ ਹਨ ਹਜੂਰ ਨੂੰ, ਕੌਣ ਕਰਮ ਵਿਦਿਆ ਕਹੋ ਕੈਸੀ। ਮਹਾਰਾਜ ਜੀ ਕਿਹੜਾ ਕਰਮ ਕਰਨਾ ਕਰੀਏ ਅਤੇ ਵਿਦਿਆ ਕਿਹੜੀ ਪੜ੍ਹਨਾ ਕਰੀਏ। ਮਹਾਰਾਜ ਜੀ ਸਾਨੂੰ ਤਾਂ ਪਤਾ ਹੀ ਨਹੀਂ। ਜੇ ਮਹਾਰਾਜ ਜੀ ਪਾਠ ਕਰਦੇ ਹਾਂ, ਸੇਵਾ ਕਰਦੇ ਹਾਂ, ਅਹੰਕਾਰ ਹੀ ਫੁਰਈ ਜਾਂਦਾ ਹੈ। ਜਿਸ ਤਰ੍ਹਾਂ ਖਾਲਸਾ ਜੀ ਵੇਦ ਪੁਰਾਣ ਪੜ੍ਹੇ ਕੋ ਇਹ ਗੁਣ, ਸਿਮਰੈ ਹਰ ਕੋ ਨਾਮਾ। ਵੇਦ ਪੁਰਾਣ ਧਾਰਮਿਕ ਗ੍ਰੰਥ ਪੜ੍ਹਨ ਦਾ ਤਾਂ ਇਹੀ ਫਲ ਸੀ ਕਿ ਨਾਮ ਸਿਮਰਨ ਕਰਨ ਲੱਗ ਜਾਂਦਾ। ਤੂੰ ਤਾਂ ਦੇਖ ਦਿਖਾਵੇ ਲਈ ਵਿਦਿਆ ਸਿੱਖੀ ਆ, ਮੈਨੂੰ ਇੰਨਾ ਗਿਆਨ ਆਉਂਦਾ ਹੈ, ਕਥਨ ਕਰ ਕਰਕੇ ਸੁਣਾਉਣਾ ਹੈ, ਮੈਨੂੰ ਆ ਵੀ ਪਤਾ ਹੈ। ਮਹਾਰਾਜ ਜੀ ਨੂੰ ਅੱਗੇ ਅਰਦਾਸ ਕਰਦੇ ਹਨ, ਹਜੂਰ ਐਸਾ ਕਿਹੜਾ ਗਿਆਨ ਹੈ। ਜਿਸ ਤਰ੍ਹਾਂ ਖਾਲਸਾ ਜੀ ਜਿਸ ਸਮੇਂ ਭੱਟ ਸਾਹਿਬਾਨ ਜੋ ਵੇਦਾਂ ਦਾ ਅਵਤਾਰ ਹੋਏ ਹਨ, ਹਜੂਰ ਪਾਸ ਆ ਕੇ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਪਾਸ ਆ ਕੇ ਅਰਦਾਸ ਕੀਤੀ ਸੀ, ਰਹਿਓ ਸੰਤ ਹੋ ਟੋਲ ਸਾਧ ਬਹੁ ਤੇਰੇ ਡਿਠੇ। ਮਹਾਰਾਜ ਜੀ ਸਾਡੀ ਮੁਕਤੀ ਹੋ ਸਕੇ, ਬੜੇ ਹੀ ਜਨਮਾਂ ਤੋਂ ਮਹਾਰਾਜ ਜੀ ਅਸੀਂ ਐਸੇ ਸਾਧੂ ਮਹਾਤਮਾ ਨੂੰ ਲੱਭ ਰਹੇ ਸਾਂ। ਸੰਨਿਆਸੀ ਤਪਸੀ ਹੈ, ਮੁੱਖੋਂ ਇਹ ਪੰਡਿਤ ਮਿੱਠੇ। ਬੜੇ ਬੜੇ ਸਾਧੂ ਮਿਲੇ, ਪਰ ਮਹਾਰਾਜ ਜੀ ਮੁੱਖੋਂ ਇਹ ਪੰਡਿਤ ਮਿੱਠੇ। ਮੁੱਖ ਤੋਂ ਤਾਂ ਬੜੀਆਂ ਬੜੀਆਂ ਕਥਨੀਆਂ ਕਰਕੇ ਦੱਸਦੇ ਸੀ, ਆ ਬ੍ਰਹਮ ਹੁੰਦਾ ਹੈ, ਆ ਜੀਵ ਹੁੰਦਾ ਹੈ, ਆ ਈਸ ਹੁੰਦਾ ਹੈ। ਮਹਾਰਾਜ ਜੀ ਮੁੱਖ ਤੋਂ ਤਾਂ ਮਿੱਠੇ ਸੀ, ਪਰ ਉਹਨਾਂ ਦੀ ਕਰਨੀ ਮਹਾਰਾਜ ਜੀ ਕਰਨੀ ਨਹੀਂ ਸੀ।
ਕਿਉਂਕਿ ਹਜੂਰ ਜੋ ਕਹਿੰਦੇ ਸੀ ਆਪ ਨਾ ਸੀ ਉਹ ਕਦੇ ਕਮਾਉਂਦੇ। ਵਰਸ ਏਕ ਹੋਂ ਫਿਰਿਓ ਕਿਨੈ ਨਹੁ ਪਰਚੋ ਲਾਇਓ। ਹਜੂਰ ਇੱਕ ਵਰਸ, ਇਹ ਦੇਵਤਿਆਂ ਦਾ ਵਰਸ 12 ਸਾਲ ਦਾ ਹੋਇਆ ਕਰਦਾ ਹੈ ਆਪਣੇ ਬਰੋਬਰ। ਮਹਾਰਾਜ ਜੀ ਇੰਨਾ ਸਮਾਂ ਅਸੀਂ ਮਹਾਰਾਜ ਜੀ ਘੁੰਮਦੇ ਰਹੇ, ਕਿਸੇ ਨੇ ਵੀ ਪ੍ਰੇਮ ਦਾ ਪਰਚਾ ਨਾ ਲਾਇਆ। ਕਹਿਤਿਓ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ। ਬਸ ਕਹਿਣੀ ਦੇ ਮਹਾਰਾਜ ਜੀ ਸਾਰੇ ਹੀ ਮਾਹਰ ਸਨ, ਪਰ ਰਹਿਣੀ ਦੇ ਵਿੱਚ ਤਾਂ ਕੋਈ ਵੀ ਪਰਪੱਖ ਨਹੀਂ ਸੀ। ਹਰ ਨਾਮ ਛੋੜ ਦੂਜੇ ਲੱਗੇ, ਤਿੰਨ ਕੇ ਗੁਣ ਹੋ ਕਿਆ ਕਹੂੰ। ਮਹਾਰਾਜ ਜੀ ਏਦਾਂ ਕਹਿੰਦੇ ਸੀ ਕਿ ਅਹੰਗ ਬ੍ਰਹਮ ਅਸਮੀ, ਭਾਵ ਕਿ ਅਸੀਂ ਹੀ ਬ੍ਰਹਮ ਹਾਂ। ਤਾਂ ਖਾਲਸਾ ਜੀ ਐਸੇ ਸਾਧੂ ਮਹਾਤਮਾ ਸੰਸਾਰ ਵਿੱਚ ਹੁੰਦੇ ਨੇ, ਜਦੋਂ ਉਹਨਾਂ ਨੂੰ ਪੁੱਛੀਏ ਕੋਈ ਕਰਮ ਜਦੋਂ ਕਰਦੇ ਨੇ, ਕਹਿੰਦੇ ਹਨ ਬ੍ਰਹਮਾ ਨੇ ਵੀ ਤਾਂ ਗਲਤੀ ਕੀਤੀ ਸੀ। ਐਸੀਆਂ ਬਾਤਾਵਾਂ ਸੁਣਾਉਂਦੇ ਨੇ ਕਿ ਅਸੀਂ ਵੀ ਉਹੀ ਹਾਂ। ਜੇ ਅਸੀਂ ਗਲਤੀ ਕਰਦੇ ਹਾਂ, ਇਹ ਸਾਡੇ ਚੋਜ ਨੇ, ਇਸ ਨੂੰ ਸਾਡੇ ਚੋਜ ਸਮਝਿਆ ਜਾਵੇ। ਤਾਂ ਖਾਲਸਾ ਜੀ ਕਲਯੁਗ ਸਿੱਖ ਨਾ ਦਿਸੈ ਕੋਈ, ਸਭ ਕੋ ਗੁਰੂ ਕਹਾਵੈ। ਭਾਵ ਕੋਈ ਸਿੱਖ ਤਾਂ ਦਿਖਦਾ ਹੀ ਨਹੀਂ, ਸਾਰੇ ਹੀ ਗੁਰੂ ਬਣ ਬੈਠੇ ਹਨ। ਤਾਂ ਮਹਾਰਾਜ ਜੀ ਅੱਗੇ ਜਿਸ ਤਰ੍ਹਾਂ ਜ਼ਿਕਰ ਕਰਦੇ ਹਨ, ਮਹਾਰਾਜ ਜੀ ਅੱਗੇ ਭੱਟ ਸਾਹਿਬਾਨ ਕਹਿੰਦੇ ਹਨ ਮਹਾਰਾਜ ਜੀ ਮੁਕਤ ਕਿਵੇਂ ਹੋਈਏ। ਤਾਂ ਉਸ ਸਮੇਂ ਖਾਲਸਾ ਜੀ ਹਜੂਰ ਨੇ ਦੱਸਿਆ ਸੀ, ਜਿਸ ਤਰ੍ਹਾਂ ਫਿਰ ਭੱਟ ਸਾਹਿਬਾਨਾਂ ਨੇ ਮੁਖ ਤੋਂ ਉਚਾਰਨ ਕੀਤਾ ਸੀ, ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੈ। ਕਿ ਇਹ ਕਲਯੁਗ ਦੇ ਵਿੱਚ ਗੁਰੂ ਤੋਂ ਬਿਨਾਂ ਘੋਰ ਹਨੇਰਾ ਹੈ ਤੇ ਗੁਰੂ ਤੋਂ ਬਿਨਾਂ ਕੁਝ ਸਮਝ ਨਹੀਂ ਆ ਸਕਦਾ। ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਤੋਂ ਬਿਨਾਂ ਨਾ ਹੀ ਨਾਮ ਦੇ ਵਿੱਚ ਸੁਰਤ ਟਿਕ ਸਕਦੀ ਹੈ। ਸਿੱਧ ਗੁਰੂ ਬਿਨ ਮੁਕਤ ਨਾ ਪਾਵੈ, ਭਾਵ ਗੁਰੂ ਤੋਂ ਬਿਨਾਂ ਨਾ ਹੀ ਕਿਸੇ ਨੂੰ ਮੁਕਤੀ ਪ੍ਰਾਪਤ ਹੋ ਸਕਦੀ ਹੈ। ਗੁਰ ਕਰ ਸੱਚ ਵਿਚਾਰ, ਜੇ ਵਿਚਾਰ ਕਰਨੀ ਹੁੰਦੀ ਹੈ ਤਾਂ ਗੁਰਸਿੱਖਾ ਗੁਰੂ ਦੀ ਕਰਿਆ ਕਰ। ਗੁਰੂ ਕਰ ਰੇ ਮਨ ਮੇਰੇ, ਤੇ ਨਾਲੇ ਗੁਰੂ ਧਾਰਨ ਕਰ। ਮਹਾਰਾਜ ਜੀਆਂ ਦਾ ਅੰਮ੍ਰਿਤ ਛਕ ਕੇ ਗੁਰ ਕਰ ਸ਼ਬਦ ਸੁਪੁੰਨ, ਅਗਨ ਕੱਟ ਹੈ ਸਭ ਤੇਰੇ। ਹਿਰਦੇ ਦੇ ਵਿੱਚ ਵਾਹਿਗੁਰੂ ਨਾਮ ਵਿਸਾਲਾ, ਜਿਸ ਕਰਕੇ ਤੇਰੇ ਸਾਰੇ ਪਾਪ ਕੱਟੇ ਜਾਣ। ਗੁਰ ਨੈਣ ਨੇਤਰਾਂ ਕਰਕੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਦਰਸ਼ਨ ਕਰਿਆ ਕਰ। ਗੁਰ ਬੈਣ ਕੰਨਾਂ ਕਰਕੇ ਹਜੂਰ ਦੀ ਕਥਾ ਕੀਰਤਨ ਦੇ ਪਾਠ ਸ਼ਰਵਣ ਕਰਿਆ ਕਰ। ਗੁਰ ਗੁਰ ਕਰੋ, ਹਰ ਸਮੇਂ ਗੁਰੂ ਗੁਰੂ ਕਰਦਾ ਰਿਹਾ ਕਰ। ਗੁਰੂ ਸਤ ਕਵ ਨਲ ਕਹੈ, ਜਿਨ ਗੁਰੂ ਨਾ ਦੇਖਿਓ ਨਹੁ ਕੀਓ। ਤੇ ਅਕਿਆਥ ਸੰਸਾਰ ਮਹਿ, ਜਿਸ ਨੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਦਰਸ਼ਨ ਨਹੀਂ ਕੀਤੇ, ਹਜੂਰ ਫਰਮਾਉਂਦੇ ਹਨ, ਤੇ ਨਾ ਹੀ ਹਜੇ ਗੁਰੂ ਧਾਰਨ ਕੀਤਾ ਹੈ, ਉਹ ਕਾਹਤੋਂ ਸੰਸਾਰ ਤੇ ਆ ਗਿਆ, ਉਹਨੂੰ ਨਹੀਂ ਸੀ ਆਉਣਾ ਚਾਹੀਦਾ। ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਮਿਹਰ ਕਰਦੇ ਹਨ। ਜਿਸ ਤਰ੍ਹਾਂ ਬਾਜਾਂ ਵਾਲੇ ਪਿਤਾ ਜੀ ਕਹਿੰਦੇ ਹਨ, ਖਾਲਸਾ ਸੋ ਜੋ ਚੜ੍ਹੈ ਤੁਰੰਗ, ਖਾਲਸਾ ਸੋ ਜੋ ਕਰੈ ਨਿਤ ਜੰਗ। ਭਾਵ ਮਨ ਦੇ ਵਿੱਚ ਹਰ ਰੋਜ਼ ਗੁਰਸਿੱਖਾਂ ਦੇ ਜੰਗ ਚੱਲਦੀ ਹੈ। ਜਿਸ ਤਰ੍ਹਾਂ ਤੁਰੰਗ ਕੀ ਹੈ, ਇਹ ਘੋੜੇ ਦੀ ਨਿਆਈ ਜੋ ਮਨ ਹੈ, ਖਾਲਸਾ ਉਹੀ ਹੈ ਜੋ ਮਨ ਨੂੰ ਆਪਣੇ ਕਾਬੂ ਵਿੱਚ ਰੱਖਦਾ ਹੈ। ਤੇ ਖਾਲਸਾ ਸੋ ਜੋ ਕਰੈ ਨਿਤ ਜੰਗ, ਭਾਵ ਦੋ ਤਰ੍ਹਾਂ ਦੇ ਮਨ ਮੰਨੇ ਜਾਂਦੇ ਹਨ। ਇੱਕ ਬੰਨੇ ਸ਼ੁਭ ਗੁਣਾਂ ਵਾਲੇ, ਇੱਕ ਬੰਨੇ ਜਿਸ ਤਰ੍ਹਾਂ ਵਿਕਾਰਾਂ ਵਾਲੇ, ਕਾਮ ਕ੍ਰੋਧ ਲੋਭ ਮੋਹ ਹੰਕਾਰ। ਹਰ ਸਮੇਂ ਮਨ ਵਿੱਚ ਜੰਗ ਚੱਲਦੀ ਹੈ ਤੇ ਹਜੂਰ ਦੇ ਸ਼ਬਦ ਦੀ ਓਟ ਲੈ ਕੇ ਨਿਤਾ ਪ੍ਰਤੀ ਪ੍ਰੇਮ ਵਾਲੇ ਗੁਰਸਿੱਖ ਜੰਗ ਹੀ ਅੰਦਰ ਚੱਲਦੀ ਰਹਿੰਦੀ ਹੈ ਉਹਨਾਂ ਦੇ। ਹਜੂਰ ਜਿਸ ਤਰ੍ਹਾਂ ਅਰਦਾਸ ਕਰਦੇ ਹਨ, ਕੌਣ ਕਰਮ ਵਿਦਿਆ ਕਹੋ ਕੈਸੀ। ਹਜੂਰ ਕਿਹੜੇ ਕਰਮ ਕਰਨਾ ਕਰੀਏ ਜਿਨ੍ਹਾਂ ਕਰਕੇ ਸਾਨੂੰ ਵੀ ਆਪ ਜੀਆਂ ਦਾ ਪ੍ਰੇਮ ਲੱਗ ਜਾਵੇ। ਹਜੂਰ ਵਿਦਿਆ ਕਿਹੜੀ ਪੜ੍ਹੀਏ, ਮਹਾਰਾਜ ਜੀ ਦੱਸਣਾ ਕਰੋ। ਧਰਮ ਕੌਣ ਫੁਨ ਕਰਈ। ਤੇ ਮਹਾਰਾਜ ਜੀ ਕਿਹੜਾ ਧਰਮ ਫੁਨ, ਭਾਵ ਅਤੇ ਕਿਹੜਾ ਧਰਮ ਧਾਰਨ ਕਰੀਏ ਜਿੰਦੇ ਕਰਕੇ ਸਾਡੀ ਕਲਿਆਣ ਹੋ ਸਕੇ। ਜਿਸ ਤਰ੍ਹਾਂ ਪਿੱਛੇ ਬਚਨ ਆ ਰਿਹਾ ਸੀ, ਜਾਤੇ ਭਗਤ ਰਾਮ ਕੀ ਪਾਵੈ, ਜਮ ਕੋ ਤਰਾਸ ਹਰੇ। ਮਹਾਰਾਜ ਜੀ ਜਿਸ ਕਰਕੇ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਵਿੱਚ ਮਨ ਲੱਗ ਜਾਵੇ ਅਤੇ ਜੋ ਜਮਾਂ ਦਾ ਡਰ ਹੈ ਮਹਾਰਾਜ ਜੀ ਦੂਰ ਹੋ ਜਾਵੇ। ਕਿਉਂਕਿ ਮਹਾਰਾਜ ਜੀ ਭੈ ਮਰਬੇ ਕੋ ਬਿਸਰਤ ਨਾਹਿਨ, ਤਿਹ ਚਿੰਤਾ ਤਨ ਡਾਰਾ। ਭਾਵ ਹਜੂਰ ਮਰਨ ਦਾ ਤਾਂ ਡਰ ਪੁਣਾ ਲੱਗਾ ਰਹਿੰਦਾ ਹੈ। ਇੰਨੀ ਆਯੂ ਬੁਢਾਪਾ ਵੀ ਹੁਣ ਆ ਗਿਆ ਹੈ, ਫਿਰ ਵੀ ਲੱਗਦਾ ਹੈ ਹਜੇ ਤਾਂ ਮੈਂ ਬਹੁਤ ਸਮਾਂ ਅੱਗੇ ਜੀਣਾ ਹੈ। ਹਜੂਰ ਕੇਸ ਵੀ ਕਾਲੇ ਕਰ ਲੈਂਦਾ ਹਾਂ, ਬੜੀਆਂ ਔਸ਼ਧੀਆਂ ਵੀ ਖਾਂਦਾ ਹਾਂ। ਮਹਾਰਾਜ ਜੀ ਮਨ ਦੇ ਵਿੱਚ ਤਾਂ ਵੀ ਡਰ ਲੱਗਾ ਰਹਿੰਦਾ ਹੈ।
ਮਹਾਰਾਜ ਜੀ ਕਿਰਪਾ ਕਰੋ। ਤਾਂ ਜਿਸ ਤਰ੍ਹਾਂ ਖਾਲਸਾ ਜੀ ਭਾਈ ਮਤੀ ਦਾਸ ਜੀ ਜੋ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਨੇ ਭਾਈ ਮਤੀ ਦਾਸ ਜੀਆਂ ਨੂੰ ਉਪਾਅ ਦੱਸਿਆ ਸੀ। ਭਾਈ ਮਤੀ ਦਾਸ ਜੀਆਂ ਦੇ ਸੀਸ ਤੇ ਆਰਾ ਫਿਰਦਾ ਸੀ। ਭਾਈ ਮਤੀ ਦਾਸ ਜੀ ਜਪਜੀ ਸਾਹਿਬ ਦੇ ਅਭਿਆਸੀ ਹੋਏ ਹਨ। ਭਾਈ ਮਤੀ ਦਾਸ ਜੀ ਕਹਿੰਦੇ ਹਨ, ਮੋਹਿ ਆਰਾ ਪਿਆਰਾ ਲਗਤ ਹੈ। ਕਹਿੰਦੇ ਹਨ, ਹਜੂਰ ਮੈਨੂੰ ਆਰਾ ਤਾਂ ਬੜਾ ਪਿਆਰਾ ਲੱਗਦਾ ਹੈ। ਕਵੀ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ, ਦੋਨੋਂ ਤਨ ਤੇ ਜਪਜੀ ਪੜ੍ਹੈ, ਹੀਰਤ ਸਭ ਕੈ ਅਚਰਜ ਬੜੈ। ਭਾਵ ਜਦੋਂ ਦੋ ਹਿੱਸੇ ਤਨ ਦੇ ਹੋ ਗਏ, ਦੋਵਾਂ ਤਨ ਦੇ ਹਿੱਸਿਆਂ ਦੇ ਵਿੱਚੋਂ ਜਪਜੀ ਸਾਹਿਬ ਦੀ ਆਵਾਜ਼ ਆ ਰਹੀ ਸੀ ਤਾਂ ਦੇਖ ਦੇਖ ਕੇ ਦਿੱਲੀ ਦੇ ਲੋਕਾਂ ਦੇ ਮੂੰਹ ਵਿੱਚ ਉਂਗਲਾਂ ਪੈ ਗਈਆਂ ਸੀ ਕਿ ਹਿਆ ਅੱਲਾ ਕੈਸੇ ਗੁਰਸਿੱਖ ਹਨ ਕਿ ਦੋਵਾਂ ਤੰਨਾਂ ਦੇ ਵਿੱਚੋਂ ਵੱਖ-ਵੱਖ ਆਵਾਜ਼ ਆ ਰਹੀ ਸੀ। ਸ਼ਲੋਕ ਪਵਨ ਗੁਰੂ ਪਾਣੀ ਪਿਤਾ, ਜਿਨੀ ਨਾਮ ਧਿਆਇਆ ਗਏ ਮਸਕਤ ਘਾਲ। ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਉਸ ਸਮੇਂ ਤਨ ਚੋਂ ਸਰੀਰ ਚੋਂ ਪ੍ਰਾਣ ਤਿਆਗੇ ਸੀ ਭਾਈ ਮਤੀ ਦਾਸ ਜੀਆਂ ਨੇ। ਹਜੂਰ ਅੱਗੇ ਗੁਰਸਿੱਖ ਅਰਦਾਸ ਕਰਦੇ ਹਨ, ਹਜੂਰ ਸਾਨੂੰ ਵੀ ਕੋਈ ਵਿਧੀ ਦੱਸਣਾ ਕਰੋ। ਕਲ ਮੈਂ ਏਕ ਨਾਮ ਕਿਰਪਾ ਨਿਧ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਹੁਣ ਜਿਸ ਤਰ੍ਹਾਂ ਖਾਲਸਾ ਜੀ ਫਰਮਾ ਰਹੇ ਹਨ, ਕਲ ਮੈਂ ਏਕ ਨਾਮ ਕਿਰਪਾ ਨਿਧ। ਜਿਸ ਤਰ੍ਹਾਂ ਹਜੂਰ ਕਹਿ ਰਹੇ ਹਨ, ਦੇਖੋ ਗੁਰਸਿੱਖੋ, ਕਲਯੁਗ ਦੇ ਵਿੱਚ ਅਬ ਕਲੂ ਆਇਓ ਰੇ, ਇੱਕ ਨਾਮ ਬੋਵੋ ਬੋਵੋ। ਭਾਵ ਇਹ ਕਲਯੁਗ ਦਾ ਸਮਾਂ ਆ ਗਿਆ ਹੈ। ਹੁਣ ਇਹ ਨਾਮ ਬੀਜਣ ਦੀ ਰੁੱਤ ਆ ਗਈ ਹੈ। ਆਣ ਰੂਤ ਨਾਹੀ ਨਾਹੀ, ਮਤ ਭਰਮ ਭੂਲੋ ਭੂਲੋ। ਇਹ ਮਹਾਰਾਜ ਜੀ ਕਹਿੰਦੇ ਹਨ, ਇਹ ਰੁੱਤ ਸ੍ਰੇਸ਼ਟ ਆ ਗਈ ਹੈ। ਦੇਖ ਕਲਯੁਗ ਦੀ ਰੁੱਤ ਆ ਗਈ ਹੈ। ਇਸੇ ਤਰ੍ਹਾਂ ਜੇ ਤੈਨੂੰ ਮਨੁੱਖਾ ਜਨਮ ਮਿਲਿਆ ਹੈ, ਇਹ ਸੋਹਣੀ ਰੁੱਤ ਆਈ ਹੈ, ਇਹਦੇ ਵਿੱਚ ਹੋਰ ਕਰਮਾਂ ਵੱਲ ਤੂੰ ਲੱਗਾ ਹੋਇਆ ਹੈ। ਇਹ ਤਾਂ ਨਾਮ ਦੇ ਬੀਜਣ ਦੀ ਰੁੱਤ ਆਈ ਹੈ। ਜਿਸ ਤਰ੍ਹਾਂ ਦੇਖ ਫੂਲ ਫੂਲ ਫੂਲੇ, ਅਹੰਗ ਤਿਆਗ ਤਿਆਗੇ। ਦੇਖ ਦੇਖ ਕੇ ਤੂੰ ਦੇਖ ਫੁੱਲ ਤੇਰੇ ਹਿਰਦੇ ਵਿੱਚ ਖਿੜਨ ਦੀ ਰੁੱਤ ਆ ਗਈ ਹੈ। ਫੁੱਲ ਤੇਰੇ ਅੰਦਰ ਹੀ ਹਨ, ਪਰ ਤੂੰ ਅਹੰਕਾਰ ਦੇ ਵਿੱਚ ਤੂੰ ਜਿਸ ਤਰ੍ਹਾਂ ਮਸਤ ਰਹਿੰਦਾ ਹੈ। ਸਗਨ ਬਾਸ ਕੂਲੇ, ਇੱਕ ਰਹਿ ਸੂਕ ਕਠੂਲੇ। ਭਾਵ ਜੋ ਸੁਗੰਧੀ ਵਾਲੇ ਅਤੇ ਨਰਮ ਹੋ ਜਾਂਦੇ ਹਨ। ਪਰ ਖਾਲਸਾ ਜੀ ਇੱਕ ਰੁੱਖ ਅਜਿਹਾ ਵੀ ਹੁੰਦਾ ਹੈ ਜੋ ਬਸੰਤ ਦੇ ਆਉਣ ਤੇ ਸੁੱਕ ਜਾਂਦਾ ਹੈ ਤੇ ਸੁੱਕ ਕੇ ਕਰੜਾ ਹੋ ਜਾਂਦਾ ਹੈ। ਪਰ ਹਜੂਰ ਕਹਿੰਦੇ ਹਨ, ਬਸੰਤ ਰੁੱਤ ਆਈ ਪਰ ਫੂਲਤਾ ਰਹੇ। ਭਾਵ ਜਿਹੜੇ ਭਾਗਾਂ ਵਾਲੇ ਹੁੰਦੇ ਹਨ ਉਹ ਬਸੰਤ ਰੁੱਤ ਜਿਸ ਤਰ੍ਹਾਂ ਖਾਲਸਾ ਜੀ ਚੱਲ ਰਹੀ ਹੈ, ਇਸ ਵਿੱਚ ਖਿੜ ਜਾਂਦੇ ਹਨ। ਹਜੂਰ ਜਿਸ ਤਰ੍ਹਾਂ ਕਹਿ ਰਹੇ ਹਨ, ਕਲ ਮੈਂ ਏਕ ਨਾਮ ਕਿਰਪਾ ਨਿਧ। ਇਹ ਕਲਯੁਗ ਦੇ ਵਿੱਚ ਇੱਕੋ ਹੀ ਨਾਮ ਹੈ। ਕਿਹੜਾ ਨਾਮ ਹੈ? ਵਾਹਿਗੁਰੂ ਨਾਮ। ਉਸ ਨੂੰ ਜਪਿਆ ਕਰ ਜੋ ਕਿਰਪਾ ਦਾ ਨਿਧ ਖਜ਼ਾਨਾ ਹੈ। ਹਜੂਰ ਕਹਿੰਦੇ ਹਨ, ਕਲ ਕੀਆ ਖੇਲ ਵੱਡ ਮੇਲ ਤਮਾਸ਼ਾ, ਵਾਹਿਗੁਰੂ ਤੇਰੀ ਸਭ ਰਚਨਾ। ਇਹ ਵਾਹਿਗੁਰੂ ਨਾਮ ਤੋਂ ਹੀ ਅਕਾਲ ਪੁਰਖ ਵਾਹਿਗੁਰੂ ਨੇ ਸਾਰੀ ਰਚਨਾ ਬਣਾਈ ਹੈ। ਜਾਹੇ ਜਪੈ ਗਤ ਪਾਵੈ। ਅਤੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਫਰਮਾ ਰਹੇ ਹਨ, ਉਸ ਵਾਹਿਗੁਰੂ ਦੇ ਨਾਮ ਦੇ ਜਪਣ ਨਾਲ ਹੀ ਤੇਰੀ ਮੁਕਤੀ ਹੋਵੇਗੀ। ਕਲ ਮੈਂ ਏਕ, ਕਲ ਮੈਂ ਏਕ ਨਾਮ ਕਿਰਪਾ ਨਿਧ। ਜਿਸ ਤਰ੍ਹਾਂ ਖਾਲਸਾ ਜੀ ਹਜੂਰ ਨੂੰ ਜਿਸ ਤਰ੍ਹਾਂ ਪੁੱਛੀਏ ਕਿ ਮਹਾਰਾਜ ਜੀ ਹੋਰ ਵੀ ਤਾਂ ਨਾਮ ਹੈਗੇ ਹਨ ਵਾਹਿਗੁਰੂ ਮੰਤਰ ਤੋਂ ਇਲਾਵਾ। ਮਹਾਰਾਜ ਜੀ ਜਿੱਦਾਂ ਰਾਮ ਹੈ, ਗੋਬਿੰਦ ਹੈ, ਗੋਪਾਲ ਹੈ, ਵਾਸੁਦੇਵ ਹੈ। ਮਹਾਰਾਜ ਜੀ ਵਾਹਿਗੁਰੂ ਮੰਤਰ ਕਿਉਂ ਸ੍ਰੇਸ਼ਟ ਹੈ? ਜਿਸ ਤਰ੍ਹਾਂ ਖਾਲਸਾ ਜੀ ਕਵੀ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ, ਨਿਰਗੁਣ ਸਰਗੁਣ ਨਾਮ ਜੋ, ਜਿੰਨੇ ਵੀ ਅਕਾਲ ਪੁਰਖ ਵਾਹਿਗੁਰੂ ਦੇ ਨਿਰਗੁਣ ਹਨ ਤੇ ਜਾਂ ਸਰਗੁਣ ਨਾਮ ਹਨ, ਵਾਹਿਗੁਰੂ ਤਿੰਨ ਮੇਰ। ਉਹਨਾਂ ਦੇ ਵਿੱਚੋਂ ਜਿਸ ਤਰ੍ਹਾਂ ਖਾਲਸਾ ਜੀ ਮੇਰ ਪਰਬਤਾਂ ਦੇ ਵਿੱਚੋਂ ਸਭ ਤੋਂ ਵੱਡਾ ਪਰਬਤ ਹੈ। ਕਵੀ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ, ਵਾਹਿਗੁਰੂ ਨਾਮ ਸਾਰੇ ਮੰਤਰਾਂ ਦਾ ਮੰਤਰ ਵੱਡਾ ਮੰਤਰ ਹੈ, ਸਭ ਤੇ ਉੱਚਾ ਜਾਣੀਏ। ਇਸ ਨੂੰ ਗੁਰਸਿੱਖੋ ਸਭ ਤੋਂ ਉੱਚਾ ਮੰਤਰ ਜਾਣਿਓ। ਲੇਤ ਨਾ ਕੀਜੈ ਦੇਰ, ਕਿ ਵਾਹਿਗੁਰੂ ਨਾਮ ਦੇ ਲੈਣ ਵਿੱਚ ਕਦੇ ਦੇਰੀ ਨਹੀਂ ਕਰਨੀ ਚਾਹੀਦੀ। ਹੁਣੇ ਹੀ ਜੇ ਤੈਨੂੰ ਪਤਾ ਲੱਗਦਾ ਹੈ, ਹੁਣੇ ਹੀ ਜਪਣ ਲੱਗ ਜਾ। ਜਿਸ ਤਰ੍ਹਾਂ ਖਾਲਸਾ ਜੀ ਫਿਰ ਨਿਰਗੁਣ ਨਾਮਾਂ ਬਾਰੇ ਦੱਸਦੇ ਹਨ, ਨਿਰਗੁਣ ਨਾਮਣ ਤੇ ਵੱਧ ਐਸੇ, ਸੋ ਕਰ ਅਰਥ ਬਖਾਨੋ ਜੈਸੇ, ਵਾਹ ਨਾਮ ਅਚਰਜ ਕੋ ਹੋਈ। ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਹਨ, ਨਿਰਗੁਣ ਨਾਮਾਂ ਦੇ ਵਿੱਚੋਂ ਇਸ ਤਰ੍ਹਾਂ ਵਾਹਿਗੁਰੂ ਨਾਮ ਉਜਲ ਹੈ, ਉਹ ਅਸੀਂ ਵਖਾਣ ਕਰਕੇ ਦੱਸਦੇ ਹਾਂ। ਜੋ ਵਾਹ ਹੈ
ਭਾਵ ਵਾਹ ਸ਼ਬਦ ਮੁਖ ਦੇ ਵਿੱਚੋਂ ਉਦੋਂ ਨਿਕਲਦਾ ਹੈ ਜਦੋਂ ਕੁਝ ਅਚਰਜ ਹੀ ਦੇਖਦਾ ਹੈ, ਜਦੋਂ ਕਦੇ ਉਸਨੇ ਕੁਝ ਦੇਖਿਆ ਹੀ ਨਾ ਹੋਵੇ। ਅਚਰਜ ਤੇ ਪਰ ਉਕਤ ਨਾ ਕੋਈ, ਭਾਵ ਮਹਾਰਾਜ ਜੀਆਂ ਦਾ ਜੋ ਇਹ ਨਾਮ ਹੈ ਅਚਰਜ ਹੈ। ਜਿਸ ਤਰ੍ਹਾਂ ਖਾਲਸਾ ਜੀ ਬਾਜਾਂ ਵਾਲੇ ਪਿਤਾ ਜੀਆਂ ਪਾਸ ਨਾਰਦ ਮੁਨ ਆਇਆ ਸੀ, ਹਮਾਯੂ ਪੰਛੀ ਦੇ ਖੰਭ ਲੈ ਕੇ ਭੇਟਾ ਕਰਕੇ ਭੇਸ ਵਟਾ ਕੇ, ਜਿਸ ਸਮੇਂ ਹਜੂਰ ਨੇ ਗੁਰਸਿੱਖਾਂ ਨੂੰ ਆਖਿਆ ਸੀ, ਉਹ ਹਮਾਯੂ ਪੰਛੀ ਖਾਲਸਾ ਜੀ ਸਵਰਗਾਂ ਦੇ ਵਿੱਚ ਮੰਨਿਆ ਜਾਂਦਾ ਹੈ ਕਿ ਜਿਸ ਉਸ ਦੇ ਜੋ ਪੰਖ ਹੁੰਦੇ ਹਨ, ਜੇ ਪੰਖ ਹੁੰਦੇ ਛੱਡ ਦਿੱਤੇ ਜਾਣ, ਜਿੱਥੇ ਉਸ ਪੰਛੀ ਦਾ ਵਾਸਾ ਹੈ ਪੰਖ ਉੱਥੇ ਹੀ ਚਲੇ ਜਾਂਦੇ ਹਨ। ਮਹਾਰਾਜ ਜੀਆਂ ਨੇ ਸਿੰਘਾਂ ਨੂੰ ਕਹਿ ਕੇ ਤੀਰਾਂ ਵਿੱਚ ਉਹ ਪੰਖ ਜੜਵਾਏ ਤਾਂ ਉਸ ਸਮੇਂ ਖਾਲਸਾ ਜੀ ਹਜੂਰ ਨੇ ਕੌਤਕ ਰਚਿਆ। ਜਿਸ ਤਰ੍ਹਾਂ ਹਜੂਰ ਕਹਿੰਦੇ ਹਨ, ਜੋ ਇਹ ਸਿੰਘ ਤੀਰ ਨੂੰ ਫੜ ਕੇ ਲੈ ਕੇ ਆਵੇਗਾ ਖੁਸ਼ੀ ਹੋਵੇਗੀ। ਹਜੂਰ ਨੇ ਜਦੋਂ ਤੀਰ ਛੱਡਿਆ, ਤੀਰ ਉੱਡਦਾ ਉੱਡਦਾ ਚਲੇ ਗਿਆ, ਜਾਂਦਾ ਤਾਂ ਦਿਖਾਈ ਦਿੱਤਾ ਪਰ ਡਿੱਗਦਾ ਕਿਸੇ ਨੂੰ ਨਾ ਸੀ ਦਿਖਾਈ ਦਿੱਤਾ। ਜਿਸ ਸਮੇਂ ਗੁਰਸਿੱਖ ਮਹਾਰਾਜ ਜੀਆਂ ਪਾਸ ਆ ਜਾਂਦੇ ਹਨ, ਫਿਰ ਮੁੜ ਕੇ ਹਜੂਰ ਨੂੰ ਪੁੱਛਦੇ ਹਨ, ਹਜੂਰ ਤੀਰ ਜਾਂਦਾ ਤਾਂ ਸਾਨੂੰ ਦਿਖਾਈ ਦਿੱਤਾ ਸੀ ਪਰ ਪਤਾ ਨਹੀਂ ਲੱਗਾ ਕਿੱਥੇ ਡਿੱਗਾ ਹੈ। ਤਾਂ ਉਸ ਸਮੇਂ ਹਜੂਰ ਨੂੰ ਜਿਸ ਸਮੇਂ ਗੁਰਸਿੱਖਾਂ ਨੇ ਪੁੱਛਿਆ, ਹਜੂਰ ਨੇ ਦੱਸਿਆ ਫਿਰ ਇਹ ਹਮਾਯੂ ਪੰਛੀ ਦੇ ਖੰਭ ਹਨ। ਤੇ ਗੁਰਸਿੱਖੋ ਇਸੇ ਤਰ੍ਹਾਂ ਜੋ ਹਮਾਯੂ ਪੰਛੀ ਦੀ ਨਿਆਈ ਜੋ ਖਾਲਸਾ ਜੀ ਜੋ ਇਹ ਨਾਮ ਹੈ, ਭਾਵ ਜਿਸ ਤਰ੍ਹਾਂ ਬਚਨ ਆਉਂਦੇ ਹਨ, ਸੇਵਾ ਸਿਮਰਨ ਪੰਖ ਪਛਾਨੋ, ਸਿੰਘ ਗੁਰੂ ਕਾ ਪੰਖੀ ਜਾਨੋ। ਜਿਸ ਤਰ੍ਹਾਂ ਸੇਵਾ ਤੇ ਸਿਮਰਨ ਦੇ ਜੋ ਪੰਖ ਹਨ, ਜੋ ਗੁਰਸਿੱਖ ਨਾਮ ਜਪਦਾ ਹੈ ਤੇ ਸੇਵਾ ਕਰਦਾ ਹੈ ਤਾਂ ਆਪਣੇ ਨਾਲ ਜੋ ਇਹ ਦੋ ਖੰਭ ਲਾ ਦਿੰਦਾ ਹੈ। ਜਿੱਥੇ ਨਾਮ ਦਾ ਵਾਸਾ ਹੁੰਦਾ ਹੈ ਸੱਚਖੰਡ ਵਿੱਚ, ਇਹ ਜੋ ਪੰਖ ਹਨ ਉਹ ਪੰਖੀ ਨੂੰ ਭਾਵ ਨਾਮੀ ਨੂੰ ਨਾਮ ਦੇ ਦੇਸ਼ ਵਿੱਚ ਹੀ ਲੈ ਜਾਂਦੇ ਹਨ ਜੇ ਨਾਲ ਜੁੜ ਜਾਣ। ਹਜੂਰ ਨੇ ਇਸ ਤਰ੍ਹਾਂ ਦੱਸਿਆ ਸੀ। ਇਸ ਤਰ੍ਹਾਂ ਦੱਸਦੇ ਹਨ, ਵਾਹ ਨਾਮ ਅਚਰਜ ਕੋ ਹੋਈ, ਅਚਰਜ ਤੇ ਪਰੇ ਉਕਤ ਨਾ ਕੋਈ, ਗੋਤਮ ਨਾਮ ਅਗਿਆਨ ਅਨਿਤ। ਜੋ ਵਾਹਿਗੁਰੂ ਦੇ ਵਿੱਚ ਅੱਗੇ ਗੁਰੂ ਪਦ ਆਉਂਦਾ ਹੈ, ਜੋ ਗੋ ਹੈ ਭਾਵ ਗੁਬਾਰ ਤੋਂ ਇਹ ਸ਼ਬਦ ਬਣਿਆ ਹੈ। ਗੁਬਾਰ ਦਾ ਅਰਥ ਹੁੰਦਾ ਹੈ ਅੰਧਕਾਰ, ਰੂਹ ਪ੍ਰਕਾਸ਼ ਕੀਓ ਜਿਨ ਚਿੱਤ, ਤੇ ਰੂਹ ਹੁੰਦਾ ਹੈ ਪ੍ਰਕਾਸ਼ ਤੋਂ ਅਰਥ। ਇਉਂ ਸ੍ਰੀ ਨਾਨਕ ਨਾਮ ਬਨਾਇਓ, ਸੁਣ ਤਿਨ ਸੰਤਨ ਚਿੱਤ ਸੁਖ ਪਾਇਓ। ਇਸ ਤਰ੍ਹਾਂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੇ ਸ੍ਰੇਸ਼ਟ ਮੰਤਰ ਜੋ ਵਾਹਿਗੁਰੂ ਹੈ ਉਹ ਸਿੱਖਾਂ ਨੂੰ ਦਿੱਤਾ ਹੈ, ਜੋ ਅਚਰਜ ਹੈ ਤੇ ਜੋ ਖਾਲਸਾ ਜੀ ਅੰਧਿਆਰ ਅੰਦਰੋਂ ਅੰਧੇਰਾ ਨਾਸ਼ ਕਰ ਦਿੰਦਾ ਹੈ। ਇਸੇ ਤਰ੍ਹਾਂ ਹੀ ਕਲ ਮੈਂ ਏਕ ਨਾਮ ਕਿਰਪਾ ਨਿਧ। ਅਤੇ ਖਾਲਸਾ ਜੀ ਇਸੇ ਤਰ੍ਹਾਂ ਜੋ ਕਲ ਮੈਂ ਏਕ ਨਾਮ ਕਿਰਪਾ ਨਿਧ, ਜੋ ਵਾਹਿਗੁਰੂ ਮੰਤਰ ਹੈ ਇਹ ਕਿਰਪਾ ਦਾ ਨਿਧ ਖਜ਼ਾਨਾ ਹੈ। ਵਾਹਿਗੁਰੂ ਮੰਤਰ ਖਾਲਸਾ ਜੀ ਜਿਸ ਤਰ੍ਹਾਂ ਵਾਹੇ ਸ਼ਬਦ ਫਾਰਸੀ ਦਾ ਹੈ ਅਤੇ ਖਾਲਸਾ ਜੀ ਗੁਰੂ ਸ਼ਬਦ ਜੋ ਸੰਸਕ੍ਰਿਤ ਦਾ ਹੈ। ਉਸ ਸਮੇਂ ਦੋ ਭਾਸ਼ਾਵਾਂ ਹਿੰਦੁਸਤਾਨ ਦੀ ਧਰਤੀ ਤੇ ਮੇਨ ਮੰਨੀਆਂ ਗਈਆਂ ਸਨ। ਸਾਂਝੀ ਵਾਲਤਾ ਦਾ ਉਪਦੇਸ਼ ਹੈ ਹਜੂਰ ਦਾ ਇਹ ਜੋ ਸ਼ਬਦ ਹੈ। ਹਜੂਰ ਕਹਿੰਦੇ ਹਨ, ਵਾਹੇ ਭਾਵ ਜੋ ਇਹ ਵਾਹਿਗੁਰੂ ਸ਼ਬਦ ਹੈ ਇਸ ਨੂੰ ਜਪਿਆ ਕਰ, ਕਲ ਯੁਗ ਦੇ ਵਿੱਚ ਇਸੇ ਦਾ ਹੀ ਆਧਾਰ ਹੈ। ਇਸੇ ਤਰ੍ਹਾਂ ਹੀ ਕਲ ਮੈਂ ਏਕ ਨਾਮ ਕਿਰਪਾ ਨਿਧ। ਅਤੇ ਕਲਯੁਗ ਦੇ ਵਿੱਚ ਇੱਕੋ ਹੀ ਨਾਮ ਜੋ ਕਿਰਪਾ ਦਾ ਨਿਧ। ਜਿਸ ਤਰ੍ਹਾਂ ਚਾਰ ਵਰਨ ਮੰਨੇ ਗਏ ਹਨ, ਹਜੂਰ ਨੇ ਵੀ ਖਾਲਸਾ ਜੀ ਸਾਨੂੰ ਕਿਸੇ ਬੁੱਤ ਦੇ ਉਪਾਸ਼ਕ ਨਹੀਂ ਬਣਾਇਆ। ਹਜੂਰ ਕਹਿੰਦੇ ਹਨ, ਕਾਲ ਉਪਾਸ਼ਕ ਛਤਰੀਆ ਧਰਮਾ, ਭਾਵ ਜੋ ਹਜੂਰ ਨੇ ਸਾਨੂੰ ਕਾਲ ਦੀ ਉਪਾਸਨਾ ਦਿੱਤੀ ਹੈ। ਜਾਗਤ ਜੋਤ ਜਪੈ ਨਿਸਬਾਸਰ, ਏਕ ਬਿਨਾ ਮਨ ਨੈਕ ਨ ਆਨੈ, ਭਾਵ ਇੱਕ ਹੀ ਜਾਗਦੀ ਜੋਤ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੂੰ ਗੁਰਸਿੱਖ ਮੰਨਦੇ ਹਨ। ਇੱਕ ਤੋਂ ਬਿਨਾਂ ਆਪਣੀਆਂ ਅੱਖਾਂ ਦੇ ਥੱਲੇ ਕਿਸੇ ਹੋਰ ਨੂੰ ਲਿਆਉਂਦੇ ਹੀ ਨਹੀਂ ਗੁਰਸਿੱਖ। ਮਹਾਰਾਜ ਜੀਆਂ ਨੇ ਜਿਸ ਤਰ੍ਹਾਂ ਵਾਹਿਗੁਰੂ ਮੰਤਰ ਦਿੱਤਾ ਹੈ, ਇਹ ਚਾਰਾਂ ਵਰਨਾਂ ਦੇ ਵਿੱਚ ਜਿਸ ਤਰ੍ਹਾਂ ਖਾਲਸਾ ਜੀ ਮੰਨਿਆ ਜਾਂਦਾ ਹੈ। ਜਾਪਾਨ ਦੇ ਸਾਇੰਟਿਸਟ ਵੀ ਸਿੱਧ ਕਰਦੇ ਹਨ, ਜਦੋਂ ਸ਼ਸਤਰਾਂ ਵਿੱਚ ਖਾਲਸਾ ਜੀ ਭਾਵ ਸ਼ਸਤਰਾਂ ਤੇ ਮੰਤਰ ਪੜਿਆ ਜਾਵੇ, ਸ਼ਸਤਰਾਂ ਵਿੱਚ ਵੀ ਬਲ ਆ ਜਾਂਦਾ ਹੈ। ਸ਼ਸਤਰ ਆਪਣੇ ਆਪ ਚੱਲਣ ਦੀ ਸਮਰੱਥਾ ਰੱਖਦੇ ਹਨ, ਪਰ ਸਭ ਤੋਂ ਵੱਡਾ ਵਾਹਿਗੁਰੂ ਮੰਤਰ ਹੈ। ਜਦੋਂ ਗੁਰਸਿੱਖ ਖਾਲਸਾ ਜੀ ਛਤਰੀ ਪੜ੍ਹਦੇ ਹਨ, ਸਰੀਰ ਵਿੱਚ ਉਹਨਾਂ ਦੇ ਬਲ ਆ ਜਾਂਦਾ ਹੈ, ਮਨ ਵਿੱਚ ਬਲ ਆ ਜਾਂਦਾ ਹੈ। ਖਾਲਸਾ ਜੀ ਐਸਾ ਸਤਿਗੁਰਾਂ ਦਾ ਇਤਿਹਾਸ ਹੈ ਆਪਣੇ ਗੁਰੂ ਪੰਥ ਖਾਲਸੇ ਦਾ ਕਿ ਜਿਹੜੇ ਜਿਹੜੇ ਸਿੰਘ ਬੜਾ ਨੇਮ ਦੇ ਅਭਿਆਸੀ ਹੋਏ ਹਨ, ਬਿਨਾਂ ਸੀਸ ਤੋਂ ਵੀ ਜੰਗ ਦੇ ਮੈਦਾਨ ਵਿੱਚ ਉਹਨਾਂ ਲੜ ਕੇ ਵਿਖਾਇਆ ਹੈ। ਕਿਉਂਕਿ ਕਲ ਮੈਂ ਏਕ ਨਾਮ ਕਿਰਪਾ ਨਿਧ,
ਜੋ ਇਹ ਵਾਹਿਗੁਰੂ ਕਿਰਪਾ ਦਾ ਨਿੱਧ ਨਾਮ ਹੈ ਉਹ ਛਤਰੀ ਵੀ ਜਪਦੇ ਹਨ। ਇਸੇ ਤਰ੍ਹਾਂ ਖਾਲਸਾ ਜੀ ਜੋ ਵੈਸ ਹਨ ਜਦੋਂ ਕਿਰਤ ਕਮਾਈਆਂ ਕਰਦੇ ਹਨ, ਦਸਵੰਧ ਦਿੰਦੇ ਹਨ, ਭਾਵ ਤੇ ਨਾਮ ਜਪਦੇ ਹਨ, ਉਹਨਾਂ ਦੇ ਕਿਰਤ ਕਮਾਈਆਂ ਵਿੱਚ ਵੀ ਵਾਧੇ ਹੁੰਦੇ ਹਨ। ਇਸੇ ਤਰ੍ਹਾਂ ਖਾਲਸਾ ਜੀ ਜੋ ਬ੍ਰਾਹਮਣ ਹਨ, ਬ੍ਰਹਮ ਬਿੰਦੈ ਸੋ ਬ੍ਰਹਮ, ਭਾਵ ਜੋ ਬ੍ਰਹਮ ਨੂੰ ਬਿੰਦਦੇ ਹਨ, ਜਾਣਦੇ ਹਨ, ਸਭ ਤੋਂ ਸ੍ਰੇਸ਼ਟ ਵਾਹਿਗੁਰੂ ਮੰਤਰ ਹੈ ਜੀ ਉਹ ਜਪਣ। ਇਸੇ ਕਰਕੇ ਜੋ ਸ਼ੂਦਰ ਹਨ, ਸ਼ੂਦਰ ਵੀ ਖਾਲਸਾ ਜੀ ਵਾਹਿਗੁਰੂ ਨਾਮ ਜਪ ਸਕਦੇ ਹਨ। ਜੋ ਦੂਸਰੇ ਨਾਮ ਹਨ ਉਹ ਮਨਾਹੀ ਹੈ ਉਹਨਾਂ ਨੂੰ ਜਪਣ ਵਿੱਚ। ਹਜੂਰ ਨੇ ਖਾਲਸਾ ਜੀ ਇਹ ਕਲਯੁਗ ਦੇ ਵਿੱਚ ਐਸਾ ਕਲ ਮੈਂ ਏਕ ਨਾਮ ਕਿਰਪਾ ਨਿਧ ਸਾਰੇ ਹੀ ਵਰਨਾ ਵਾਸਤੇ ਜੋ ਸਾਂਝਾ ਬਣਾਇਆ ਹੈ। ਇਸੇ ਤਰ੍ਹਾਂ ਹੀ ਕਲ ਮੈਂ ਏਕ ਨਾਮ ਕਿਰਪਾ ਨਿਧ। ਇਸੇ ਤਰ੍ਹਾਂ ਖਾਲਸਾ ਜੀ 4 ਆਸ਼ਰਮ ਮੰਨੇ ਜਾਂਦੇ ਹਨ। ਜਿਸ ਤਰ੍ਹਾਂ ਖਾਲਸਾ ਜੀ ਬ੍ਰਹਮਚਰਜ ਜਿੱਦਾਂ ਰੱਖਦੇ ਹਨ, ਵਾਹਿਗੁਰੂ ਨਾਮ ਸਭ ਤੋਂ ਸ੍ਰੇਸ਼ਟ ਹੈ। ਕਿਉਂਕਿ ਖਾਲਸਾ ਜੀ ਜਦੋਂ ਕਿਤੇ ਵਿਸ਼ਿਆਂ ਦੀ ਜਗ੍ਹਾ ਬਣ ਜਾਵੇ ਤਾਂ ਸਭ ਬ੍ਰਹਮਚਰਜ ਡੋਲ ਜਾਇਆ ਕਰਦਾ ਹੈ। ਪਰ ਜੇ ਵਾਹਿਗੁਰੂ ਮੰਤਰ ਦਾ ਅਭਿਆਸੀ ਹੋਵੇ, ਹਜੂਰ ਕਹਿੰਦੇ ਹਨ, ਉਹ ਪਰਪੱਖ ਰਹਿੰਦਾ ਹੈ। ਇਸੇ ਤਰ੍ਹਾਂ ਗ੍ਰਸਤ ਦੇ ਵਿੱਚ, ਭਾਵ ਵਿੱਚੇ ਗ੍ਰਸਤੀ ਦੇ ਜਿਹੜੇ ਗੁਰਸਿੱਖ ਨਾਮ ਜਪਦੇ ਹਨ, ਗ੍ਰਸਤੀ ਦੇ ਵਿੱਚ ਹੀ ਉਦਾਸੀ ਧਾਰ ਲੈਂਦੇ ਹਨ। ਜਿਸ ਸਮੇਂ ਖਾਲਸਾ ਜੀ ਉਹ ਵਾਹਿਗੁਰੂ ਮੰਤਰ ਹੈ, ਬਾਜਾਂ ਵਾਲੇ ਪਿਤਾ ਜੀਆਂ ਦੇ ਵੀ ਇਤਿਹਾਸ ਵਿੱਚ ਬੇਅੰਤ ਜ਼ਿਕਰ ਆਉਂਦੇ ਹਨ। ਜਿਸ ਸਮੇਂ ਸ਼ੁਭ ਸੰਤਾਨ ਦੀ ਉਪੰਨੀ ਵਾਸਤੇ, ਭਾਵ ਜਦੋਂ ਜਨਮ ਲੈਣਾ ਹੋਵੇ, ਉਸ ਸਮੇਂ ਮਾਤਾਵਾਂ ਆਦਿਕ ਬੇਅੰਤ ਵਾਹਿਗੁਰੂ ਮੰਤਰ ਦਾ ਪਾਠ ਕਰਦੇ ਹਨ। ਇਹ ਉਹਨਾਂ ਵਾਸਤੇ ਵੀ ਲਾਭਦਾਇਕ ਹੈ। ਇਸੇ ਕਰਕੇ ਜੋ ਵਾਹਿਗੁਰੂ ਮੰਤਰ ਹੈ, ਜੋ ਬਨ ਪ੍ਰਸਤ ਹੋ ਜਾਂਦੇ ਹਨ, ਭਾਵ ਜੋ ਮੰਤਰ ਜਪਦੇ ਹਨ, ਬਨ ਸੇ ਸਦਨ ਸਭੈ ਕਰ ਸਮਝੋ ਮਨ ਹੀ ਮਾਹੇ ਉਦਾਸਾ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਿਸ ਤਰ੍ਹਾਂ ਫਰਮਾਉਂਦੇ ਹਨ, ਆਪਣੇ ਘਰ ਨੂੰ ਹੀ ਉਹ ਜੰਗਲ ਦੀ ਨਿਆਈ ਸਮਝ ਕੇ ਮਨ ਦੇ ਵਿੱਚ ਹੀ ਉਦਾਸ ਹੋ ਜਾਂਦੇ ਹਨ। ਇਸੇ ਕਰਕੇ ਉਸ ਤੋਂ ਬਾਅਦ ਜਿਵੇਂ ਸੰਨਿਆਸ ਧਾਰ ਲਿਆ ਕਰਦੇ ਸਨ, ਇਹ ਖਾਲਸਾ ਜੀ ਹਿੰਦੁਸਤਾਨ ਦੀ ਧਰਤੀ ਤੇ ਜਿੱਦਾਂ 1 ਤੋਂ 25 ਸਾਲ ਤੱਕ ਜਿਸ ਤਰ੍ਹਾਂ ਕਹਿੰਦੇ ਸਨ ਬ੍ਰਹਮਚਰਜ ਰੱਖਣਾ ਹੈ, 25 ਤੋਂ ਭਾਵ 50 ਸਾਲ ਤੱਕ ਜਿਸ ਤਰ੍ਹਾਂ ਗ੍ਰਸਤੀ ਜੀਵਨ ਜੀਣਾ ਹੈ, ਤੇ 25 ਤੋਂ 75 ਸਾਲ ਦੀ ਆਯੂ ਤੱਕ ਬਨ ਪ੍ਰਸਤ ਭਾਵ ਜੰਗਲ 'ਚ, ਤੇ ਫਿਰ ਥੋੜਾ ਸਮਾਂ ਉਸ ਤੋਂ ਕਹਿੰਦੇ ਸਨ ਕਿ 75 ਤੋਂ 100 ਸਾਲ ਦੀ ਆਯੂ ਵਿੱਚ ਭਾਵ ਸੰਨਿਆਸ ਹੀ ਸਭ ਕੁਝ ਤਿਆਗ ਕੇ ਭਗਤੀ ਵਿੱਚ ਹੀ ਹੋ ਜਾਣਾ ਚਾਹੀਦਾ ਹੈ। ਹਜੂਰ ਦੇ ਐਸੇ ਜੋ ਵਾਹਿਗੁਰੂ ਮੰਤਰ ਜਪਦੇ ਹਨ, ਉਹ ਦੁਨੀਆ ਤੋਂ ਮਹਾਰਾਜ ਜੀਆਂ ਦਾ ਉਪਦੇਸ਼ ਪਾ ਕੇ ਸੰਨਿਆਸ ਧਾਰ ਲੈਂਦੇ ਹਨ, ਘਰ ਦੇ ਵਿੱਚ ਹੀ ਉਦਾਸ ਰਹਿੰਦੇ ਹਨ। ਇਸੇ ਕਰਕੇ ਜੋ ਵਾਹਿਗੁਰੂ ਮੰਤਰ ਹੈ, ਕਲ ਮੈਂ ਏਕ ਨਾਮ ਕਿਰਪਾ ਨਿਧ, ਹਜੂਰ ਕਹਿੰਦੇ ਹਨ ਤੂੰ ਕਿਉਂ ਨਹੀਂ ਜਪਦਾ, ਜਪਿਆ ਕਰ। ਇਸੇ ਤਰ੍ਹਾਂ ਹੀ ਕਲ ਮੈਂ ਏਕ ਨਾਮ ਕਿਰਪਾ ਨਿਧ। ਜਿਸ ਤਰ੍ਹਾਂ ਖਾਲਸਾ ਜੀ ਕਲਯੁਗ ਦੇ ਵਿੱਚ ਜਿਸ ਤਰ੍ਹਾਂ ਮੰਨਿਆ ਜਾਂਦਾ ਹੈ, ਵਿਸ਼ਨੂੰ ਦੀਆਂ 4 ਭੁਜਾਵਾਂ ਹਨ, ਸ਼ੰਖ ਚੱਕਰ ਗਦਾ ਪਦਮ, ਆਪ ਕੀਓ ਛਦਮ। ਜਿਸ ਤਰ੍ਹਾਂ ਖਾਲਸਾ ਜੀ ਕਹਿੰਦੇ ਹਨ 4 ਭੁਜਾਵਾਂ ਕਿਉਂ ਹਨ, ਕਿਉਂਕਿ ਇੱਕ ਭੁਜਾ ਦੇ ਵਿੱਚ ਇੱਕ 'ਚ ਸ਼ੰਖ ਹੈ, ਇੱਕ ਦੇ ਵਿੱਚ ਗਦਾ ਪਕੜੀ ਹੋਈ ਹੈ, ਇੱਕ ਦੇ ਵਿੱਚ ਪਦਮ ਹੈ ਅਤੇ ਇੱਕ ਦੇ ਵਿੱਚ ਚੱਕਰ ਹੈ। ਜੋ ਖਾਲਸਾ ਜੀ ਇਹ ਸਾਰੀ ਵਾਹਿਗੁਰੂ ਨਾਮ ਦੀ ਹੀ ਮਹਾਨਤਾ ਹੈ। ਜਦੋਂ ਗੁਰਸਿੱਖ ਪ੍ਰੇਮ ਨਾਲ ਵਾਹਿਗੁਰੂ ਮੰਤਰ ਜਪਦਾ ਹੈ, ਜਿਸ ਤਰ੍ਹਾਂ ਖਾਲਸਾ ਜੀ ਜੰਗ ਤੋਂ ਪਹਿਲਾਂ ਸ਼ੰਖ ਵੱਜਦਾ ਹੈ, ਇਸੇ ਤਰ੍ਹਾਂ ਵਾਹਿਗੁਰੂ ਕਹਿਣ ਨਾਲ ਅੰਦਰ ਥਰਥੱਲੀ ਮੱਚ ਜਾਂਦੀ ਹੈ, ਸੂਰਮੇ ਤਿਆਰ ਬਰ ਤਿਆਰ ਹੋ ਜਾਂਦੇ ਹਨ। ਫਿਰ ਜਿੱਦਾਂ ਚੱਕਰ ਹੈ, ਜੋ ਚੱਕਰ ਹੈ ਇਹ ਮੋਹ ਮਾਇਆ ਦੇ ਜਾਲ ਕੱਟ ਦਿੰਦਾ ਹੈ। ਇਸੇ ਤਰ੍ਹਾਂ ਜੋ ਗਦਾ ਹੈ ਉਸ ਨਾਲ ਜੰਗ ਕਰਦੇ ਹਨ, ਤੇ ਪਦਮ ਦੀ ਨਿਆਈ 4 ਯੁੱਗਾਂ ਵਿੱਚ ਹਜੂਰ ਦਾ ਜੋ ਵਾਹਿਗੁਰੂ ਮੰਤਰ ਜਪਦੇ ਹਨ, ਉਹਨਾਂ ਦਾ ਪ੍ਰਤਾਪ ਫੈਲ ਜਾਂਦਾ ਹੈ। ਜਿਸ ਤਰ੍ਹਾਂ ਖਾਲਸਾ ਜੀ ਕੱਲ ਆਪ ਜੀ ਧਰੂਪ ਭਗਤ ਜੀਆਂ ਨੂੰ ਯਾਦ ਕਰ ਰਹੇ ਸੀ, ਨਾਮ ਦੀ ਵਡਿਆਈ ਇੰਨੀ ਹੈ, ਉਹਨਾਂ ਦਾ ਪ੍ਰਤਾਪ ਦੁਨੀਆ ਦੇ ਲੋਕ ਆਪ ਆ ਕੇ ਝੁਕਦੇ ਹਨ ਉਹਨਾਂ ਦੇ ਚਰਨਾਂ ਤੇ। ਉਹਨਾਂ ਨੂੰ ਕੋਈ ਇੱਛਾ ਨਹੀਂ ਹੁੰਦੀ, ਪਰ ਦੁਨਿਆਵੀ ਲੋਕਾਂ ਦਾ ਕਲਿਆਣ ਹੋ ਜਾਂਦਾ ਹੈ। ਹਜੂਰ ਕਹਿੰਦੇ ਹਨ ਕਲਯੁਗ ਦੇ ਵਿੱਚ ਇੱਕ ਨਾਮ ਹੈ ਜੋ ਵਾਹਿਗੁਰੂ ਮੰਤਰ ਹੈ, ਸਭ ਤੋਂ ਸ੍ਰੇਸ਼ਟ ਹੈ, ਇਹ ਜਪਿਆ ਕਰੋ। ਇਸੇ ਤਰ੍ਹਾਂ ਹੀ ਕਲ ਮੈਂ ਏਕ ਨਾਮ ਕਿਰਪਾ ਨਿਧ। ਅਤੇ ਖਾਲਸਾ ਜੀ ਜਿਸ ਤਰ੍ਹਾਂ ਬਾਜਾਂ ਵਾਲੇ ਪਿਤਾ ਜੀ ਸ੍ਰੀ ਸਰਬਲੋਕ ਗ੍ਰੰਥ ਵਿੱਚ ਜਿਸ ਤਰ੍ਹਾਂ ਖਾਲਸਾ ਜੀ ਸਰਗੁਣ ਤੇ ਨਿਰਗੁਣ ਰੂਪ ਦੇ ਬਾਬਤ ਦੱਸਦੇ ਸੀ, ਪਿੱਛੇ ਕਵੀ ਭਾਈ ਸੰਤੋਖ ਸਿੰਘ ਜੀ ਹੁਣ ਨਿਰਗੁਣ ਜੋ ਭਾਵ ਸਰਗੁਣ ਨਾਮ ਸੀ, ਬਾਜਾਂ ਵਾਲੇ ਪਿਤਾ ਜੀ ਲਿਖਦੇ ਹਨ ਵਾਹਿਗੁਰੂ ਪਦ ਅਕਸ਼ਰ 4, ਜੋ ਵਾਹਿਗੁਰੂ ਹੈ 4 ਅਕਸ਼ਰ ਜਿਸ ਤਰ੍ਹਾਂ ਆਉਂਦੇ ਹਨ, ਵਾਵਾ ਹਾਹਾ ਗੱਗਾ ਤੇ ਰਾਰਾ, 4 ਜੁਗ ਕੋ ਜਾਪ ਨਿਰਧਾਰ,
ਭਾਵ ਜੋ ਨਿਰਧਾਰ ਅਨਾਦੀ, ਜਿਸ ਦਾ ਪਾਰਾਵਾਰ ਨਹੀਂ ਸੀ, ਇਹ 4 ਯੁੱਗਾਂ ਦਾ ਇਕੱਠਾ ਹੀ ਜਾਪ ਹਜੂਰ ਨੇ ਵਾਹਿਗੁਰੂ ਮੰਤਰ ਵਿੱਚ ਪਾ ਦਿੱਤਾ ਹੈ। ਕ੍ਰਿਤ ਤ੍ਰੇਤੇ ਦੁਆਪਰ ਕਲ ਜਾਨ, ਭਾਵ ਸਤਯੁਗ, ਤ੍ਰੇਤਾ, ਦੁਆਪਰ ਤੇ ਕਲਯੁਗ। ਵਾਵਾ ਹਾਹਾ ਗੱਗਾ ਠੱਠਾ ਠਾਣ, ਭਾਵ ਵਾਹਿਗੁਰੂ। ਵਾਵਾ ਹਾਹਾ ਤੇ ਗੱਗਾ 3 ਅਕਸ਼ਰ ਹਨ। ਰਾਰਾ ਸੁਦਾਖਰ ਤਾਰਕ ਸਾਰ, ਭਾਵ 1 ਚੋਂ 4 ਜੋ ਅੱਖਰ ਹਨ, ਚਾਰੋਂ ਮਿਲ ਵਾਹਿਗੁਰੂ ਉਚਾਰ। ਇਹ 4 ਅੱਖਰ ਮਿਲ ਕੇ ਵਾਹਿਗੁਰੂ ਮੰਤਰ ਬਣਿਆ ਹੈ ਅਤੇ ਸਾਰ ਮੰਤਰ ਚਾਰੋਂ ਕਾ ਸਾਰ ਵਾਹਿਗੁਰੂ ਮੰਤਰ ਨਿਰਾਧਾਰ। ਜੋ ਖਾਲਸਾ ਜੀ, ਜੋ ਇਹ 4 ਮੰਤਰਾਂ ਦਾ ਸਾਰ ਹੈ, ਕਿਉਂਕਿ ਸਤਯੁਗ ਦੇ ਵਿੱਚ ਜਿਸ ਤਰ੍ਹਾਂ ਮੰਨਿਆ ਜਾਂਦਾ ਸੀ ਵਾਸੁਦੇਵ ਮੰਤਰ ਉਚਾਰਦੇ ਸਨ, ਉਦੋਂ ਸਮਝਿਆ ਜਾਂਦਾ ਸੀ ਇਸ ਮੰਤਰ ਨਾਲ ਕਲਿਆਣ ਹੁੰਦੀ ਹੈ। ਤ੍ਰੇਤਾ ਸਮਾਂ ਆਇਆ, ਵਾਵਾ ਹਾਹਾ ਹਰੀ ਹਰੀ ਹਰ ਹਰ ਨਾਮ ਜਪਦੇ ਸਨ। ਇਸੇ ਤਰ੍ਹਾਂ ਦੁਆਪਰ ਯੁੱਗ ਆਇਆ। ਦੁਆਪਰ ਯੁੱਗ ਦੇ ਵਿੱਚ ਕ੍ਰਿਸ਼ਨ ਜੀਆਂ ਦੇ ਸਮੇਂ ਵਿੱਚ ਉਸ ਸਮੇਂ ਗੱਗਾ ਗੋਬਿੰਦ ਗੋਬਿੰਦ ਸ਼ਬਦ ਜਪਿਆ ਜਾਣ ਲੱਗਾ, ਤੇ ਕਲਯੁੱਗ ਦੇ ਵਿੱਚ ਫਿਰ ਰਾਮ ਰਾਮ ਅਤੇ ਹਜੂਰ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੇ ਇਹ 4 ਮੰਤਰਾਂ ਦਾ ਜੋ ਸਾਰ ਸੀ, ਜੋ ਇਹ 4 ਮੰਤਰਾਂ ਨੂੰ ਸਹਾਰਾ ਦਿੰਦਾ ਹੈ ਵਾਹਿਗੁਰੂ ਮੰਤਰ, ਹਜੂਰ ਨੇ ਉਹ ਖਾਲਸੇ ਨੂੰ ਦਿੱਤਾ ਹੈ। ਅਤੇ ਖਾਲਸਾ ਜੀ ਜਿਸ ਤਰ੍ਹਾਂ ਅੱਗੇ ਜ਼ਿਕਰ ਆਉਂਦਾ ਹੈ, ਕਲਪ ਕਲਪ ਪ੍ਰਤ ਅਕਸ਼ਰ ਕਹੀ, ਸ੍ਰੀ ਗੁਰੂ ਨਾਨਕ ਜਾਪਿਓ ਸਹੀ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੇ ਭਾਵ 4 ਕਲਪ ਹਰੇਕ ਯੁੱਗ ਦੇ ਵਿੱਚ ਇਹ ਮੰਤਰ ਜਪ ਜਪ ਕੇ ਸਾਰ ਮੰਤਰ, ਜਿਸ ਤਰ੍ਹਾਂ ਜ਼ਿਕਰ ਆਉਂਦਾ ਹੈ, ਸਵਾ ਮੰਤਰ ਪ੍ਰਭ ਖਾਲਸਾ ਦੀਨਾ, ਵਾਹਿਗੁਰੂ ਪਦ ਪਾਵਨ ਕੀਨਾ। ਐਸਾ ਵਾਹਿਗੁਰੂ ਮੰਤਰ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੇ ਖਾਲਸੇ ਦੀ ਝੋਲੀ ਵਿੱਚ ਪਾਇਆ ਹੈ। ਜਿਸ ਤਰ੍ਹਾਂ ਸੰਤ ਗਿਆਨੀ ਗੁਰਬਚਨ ਸਿੰਘ ਜੀ ਲਿਖਦੇ ਹਨ, ਵਾਹਿਗੁਰੂ ਬਿਨ ਜਗਤ ਮੈਂ ਔਰ ਨਾ ਕੋਈ ਸਾਰ। ਵਾਹਿਗੁਰੂ ਦੇ ਮੰਤਰ ਤੋਂ ਬਿਨਾਂ ਜਗ ਦੇ ਵਿੱਚ ਹੋਰ ਕੋਈ ਤੁਹਾਨੂੰ ਸਹਾਰਾ ਦੇਣ ਵਾਲਾ ਵੀ ਨਹੀਂ ਹੈ। ਵਾਹਿਗੁਰੂ ਬਿਨ ਜਗਤ ਮੈਂ ਔਰ ਨਾ ਕੋਈ ਸਾਰ, ਭਾਵ ਸ੍ਰੇਸ਼ਟ ਜੋ ਸਭ ਤੋਂ ਉੱਤਮ ਹੈ। ਵਾਹਿਗੁਰੂ ਤੋਂ ਬਿਨਾਂ, ਮੰਤਰ ਤੋਂ ਬਿਨਾਂ ਹੋਰ ਕੁਝ ਨਹੀਂ। ਵਾਹਿਗੁਰੂ ਬਿਨ ਜਗਤ ਮੈਂ ਔਰ ਨਾ ਕੋਈ ਸਾਰ, ਭਾਵ ਜਿਸ ਤਰ੍ਹਾਂ ਦੁੱਧ ਦੇ ਵਿੱਚੋਂ ਮੱਖਣ ਰਿੜਕ ਕੇ ਕੱਢ ਲਈਦਾ ਹੈ, ਸਾਰ ਮੱਖਣ ਨੂੰ ਵੀ ਕਹਿੰਦੇ ਹਨ। ਜਿਸ ਤਰ੍ਹਾਂ 4 ਯੁੱਗਾਂ ਦਾ ਮੰਤਰ, ਜਿਸ ਤਰ੍ਹਾਂ ਖਾਲਸਾ ਜੀ ਇੱਕ ਵਾਰੀ ਵਾਹਿਗੁਰੂ ਕਹਿਣ ਨਾਲ 4 ਯੁੱਗਾਂ ਦੇ ਮੰਤਰਾਂ ਦਾ ਫਲ ਜਿਸ ਤਰ੍ਹਾਂ ਪ੍ਰਾਪਤ ਹੁੰਦਾ ਹੈ। ਵਾਹਿਗੁਰੂ ਬਿਨ ਜਗਤ ਮੈਂ ਔਰ ਨਾ ਕੋਈ ਸਾਰ, ਸਾਰ ਲੋਹੇ ਨੂੰ ਵੀ ਕਹਿੰਦੇ ਹਨ। ਜਿਸ ਤਰ੍ਹਾਂ ਖਾਲਸਾ ਜੀ ਇਹ ਛਾਤੀ ਤੇ ਸੰਜੋਗ ਬਖਤਰ ਸੂਰਮੇ ਪਾਉਂਦੇ ਹਨ ਕਿ ਬਾਹਰੋਂ ਆ ਕੇ ਕੋਈ ਤੀਰ ਨਾ ਲੱਗੇ। ਜਦੋਂ ਵਾਹਿਗੁਰੂ ਮੰਤਰ ਗੁਰਸਿੱਖ ਹਿਰਦੇ ਤੇ ਧਾਰ ਲੈਂਦੇ ਹਨ, ਬਾਹਰੋਂ ਵਿਕਾਰਾਂ ਦੇ ਹਮਲੇ ਤੋਂ ਬਚ ਜਾਂਦੇ ਹਨ। ਇਸ ਤਰ੍ਹਾਂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੇ ਜੋ ਨਿਰਾਧਾਰ ਮੰਤਰ ਹੈ, ਜੋ ਸਹਾਰੇ ਤੋਂ ਬਿਨਾਂ ਹੈ, ਜਿਸ ਨੂੰ ਕਿਸੇ ਦਾ ਸਹਾਰਾ ਨਹੀਂ, ਪਰ 4 ਯੁੱਗਾਂ ਵਿੱਚ ਜਿਸ ਨੇ ਸਾਰੇ ਮੰਤਰਾਂ ਨੂੰ ਸਹਾਰਾ ਦਿੱਤਾ ਹੈ, ਮਹਾਰਾਜ ਜੀਆਂ ਨੇ ਖਾਲਸੇ ਦੀ ਝੋਲੀ ਵਿੱਚ ਪਾਇਆ ਹੈ। ਇਸੇ ਤਰ੍ਹਾਂ ਹੀ ਕਲ ਮੈਂ ਏਕ ਨਾਮ ਕਿਰਪਾ ਨਿਧ, ਮਹਾਰਾਜ ਜੀ ਜੋ ਆਪ ਜੀ ਕਹਿੰਦੇ ਹੋ ਕਲਯੁਗ ਦੇ ਵਿੱਚ ਇੱਕ ਨਾਮ ਕਿਰਪਾ ਨਿਧ ਹੈ, ਉਹ ਕਿਹੜਾ ਹੈ? ਹਜੂਰ ਕਹਿੰਦੇ ਹਨ ਵਾਹਿਗੁਰੂ ਮੰਤਰ ਹੈ। ਗੁਰਸਿੱਖੋ ਉਹ ਜਪਿਆ ਕਰੋ, 4 ਅਕਸ਼ਰ ਦੁਬਦਾ ਮੈਂ ਪੜੈ, ਵਾਕੀ ਪੂਰੀ ਕਬਹੂ ਨਾ ਪੜੈ। ਦੇਖ ਜੇ ਤੈਨੂੰ ਇਹਦੇ ਤੇ ਦੁਬਦਾ ਸ਼ੰਕਾ ਹੈ ਤਾਂ ਤੇਰੀ ਕਦੇ ਵੀ ਪੂਰੀ ਨਹੀਂ ਪੈ ਸਕਦੀ। ਕਈ ਕਹਿੰਦੇ ਹਨ ਹਜੂਰ ਅਸੀਂ ਇੰਨਾ ਜਾਪ ਕਰਦੇ ਹਾਂ, ਵਾਹਿਗੁਰੂ ਵਾਹਿਗੁਰੂ 5 ਘੰਟੇ, ਮਹਾਰਾਜ ਜੀ ਮੈਂ ਸਵੇਰੇ ਸਮਾਧੀ ਲਾਉਣਾ ਹਾਂ, ਮੇਰੀ ਪੂਰੀ ਕਿਉਂ ਨਹੀਂ ਪੈਂਦੀ? ਬਾਜਾਂ ਵਾਲੇ ਪਿਤਾ ਜੀ ਕਹਿੰਦੇ ਹਨ ਜੇ ਤੂੰ ਦੁਬਦਾ ਵਿੱਚ ਪੜੇਗਾ, ਭਾਵ ਕਿ ਜੇ ਤੈਨੂੰ ਇਹਦੇ ਤੇ ਸ਼ੰਕਾ ਹੈ ਕਿ ਪਤਾ ਨਹੀਂ ਇੰਨਾ ਚਿਰ ਹੋ ਗਿਆ ਜਪਦਾ ਪਾਰ ਹੋਵੇਗਾ ਕਿ ਨਹੀਂ, ਅਤੇ ਹਜੂਰ ਕਹਿੰਦੇ ਹਨ ਜੇ ਸ਼ੰਕੇ ਦੇ ਸਹਿਤ ਦੁਬਦਾ ਦੇ ਵਿੱਚ, ਭਾਵ ਇੱਕ ਦੂਸਰੇ ਆਸਰੇ ਵੀ ਤੂੰ ਲੈਣਾ ਹੈ, ਮੜੀਆਂ ਤੇ ਹੋਰ ਕਿਤੇ ਜਾ ਕੇ ਵੀ ਮੰਦਰਾਂ ਨੂੰ ਵੀ ਪੂਜਦਾ ਹੈ, ਹੱਥ ਵੀ ਦਿਖਾਉਣਾ ਹੈ ਤੇ ਵਾਹਿਗੁਰੂ ਵਾਹਿਗੁਰੂ ਵੀ ਕਹਿੰਦਾ ਹੈ। ਹਜੂਰ ਕਹਿੰਦੇ ਹਨ ਵਾਕੀ ਪੂਰੀ ਕਬਹੂ ਨਾ ਪੜੈ, ਭਾਵ ਉਹਨਾਂ ਦੀ ਕਦੇ ਵੀ ਪੂਰੀ ਨਹੀਂ ਪੈ ਸਕਦੀ। ਜਿਸ ਤਰ੍ਹਾਂ ਖਾਲਸਾ ਜੀ ਮਹਾਰਾਜ ਜੀਆਂ ਦੇ ਬਚਨ ਹੀ ਹਨ, ਤਜਹੁ ਸਿਆਣਪ ਸੁਰਜਨ ਹੋ ਸਿਮਰੋ ਹਰ ਹਰ ਰਾਏ। ਸਭ ਸਿਆਣਪਾਂ ਛੱਡ ਕੇ ਹਰ ਹਰ ਰਾਏ, ਭਾਵ ਵਾਹਿਗੁਰੂ ਵਾਹਿਗੁਰੂ ਕਰਿਆ ਕਰ, ਏਕ ਆਸ ਹਰ ਮਨ ਰੱਖੋ, ਨਾਨਕ ਦੁਖ ਭਰਮ ਭਉ ਜਾਏ। ਸਭ ਤੇਰੇ ਤੋਂ ਦੁੱਖ ਭਰਮ ਤੇ ਭਉ ਮਿਟ ਜਾਣਗੇ, ਕਿਉਂਕਿ ਨਾਨਕ ਕੇ ਘਰ ਕੇਵਲ ਨਾਮ।
ਇਹ ਵਾਹਿਗੁਰੂ ਜੋ ਸ੍ਰੇਸ਼ਟ ਮੰਤਰ ਹੈ, ਹਜੂਰ ਨੇ ਸਾਡੇ ਖਾਲਸੇ ਦੀ ਝੋਲੀ ਵਿੱਚ ਪਾਇਆ ਹੈ। ਜਾਹੇ ਜਪੈ ਗਤ ਪਾਵੈ, ਅਤੇ ਜਿਸ ਨੂੰ ਜਪਣ ਮਾਤਰ ਸੇ ਹੀ ਬੰਦੇ ਭਾਵ ਪਸ਼ੀ ਪੰਛੀਆਂ ਦੀ ਵੀ ਭਾਵ ਗਤੀ ਹੋ ਜਾਂਦੀ ਹੈ। ਔਰ ਧਰਮ ਤਾ ਕੈ ਸਮ ਨਾਹਨ, ਅਤੇ ਖਾਲਸਾ ਜੀ ਸ੍ਰੇਸ਼ਟ ਤਾਂ ਉਹੀ ਹੈ ਜਿਸ ਧਰਮ ਵਿੱਚ ਜਿਸ ਦਾ ਜਨਮ ਹੋਇਆ ਹੋਵੇ, ਉਹੀ ਉਸ ਦੀ ਕਲਿਆਣ ਕਰਦਾ ਹੈ। ਪਰ ਜੋ ਵਾਹਿਗੁਰੂ ਮੰਤਰ ਹੈ, ਇਹ ਹਜੂਰ ਦਾ ਜੋ ਸਿੱਖੀ ਪੰਥ ਹੈ, ਇਹ ਯੂਨੀਵਰਸਲ ਧਰਮ ਹੈ। ਕੋਈ ਵੀ ਇਸ ਧਰਮ ਨੂੰ ਧਾਰਨ ਕਰ ਸਕਦਾ ਹੈ ਅਤੇ ਸ੍ਰੇਸ਼ਟ ਵਾਹਿਗੁਰੂ ਮੰਤਰ ਕੋਈ ਵੀ ਧਰਮ ਇਸ ਦੀ ਬਰਾਬਰੀ ਨਹੀਂ ਕਰਦਾ ਵਾਹਿਗੁਰੂ ਮੰਤਰ ਦੀ। ਇਹ ਬਿਦ ਬੇਦ ਬਤਾਵੈ, ਅਤੇ ਹਜੂਰ ਇਹ ਕੌਣ ਕਹਿੰਦਾ ਹੈ? ਹੋਰ ਵੀ ਕੋਈ ਕਹਿੰਦਾ ਹੈ? ਮਹਾਰਾਜ ਜੀ ਕਹਿੰਦੇ ਹਨ, ਵੇਦ ਵੀ ਇਹੀ ਗੱਲ ਕਹਿੰਦੇ ਹਨ, ਵੇਦਾਂ ਮਹਿ ਨਾਮ ਉਤਮ ਸੋ ਸੁਣੈ ਨਾਹੀ ਫਿਰੈ ਜਿਉ ਬੇਤਾਲਿਆ। ਭਾਵ ਵੇਦ ਵੀ ਇਸੇ ਤਰ੍ਹਾਂ ਕਹਿੰਦੇ ਹਨ। ਜਿਸ ਸਮੇਂ ਪਾਂਧਾ ਜੀ ਖਾਲਸਾ ਜੀ ਹਜੂਰ ਦੇ ਪਾਸ ਆਏ, ਮਹਾਰਾਜ ਜੀਆਂ ਨੇ ਜਿਸ ਸਮੇਂ ਪੁੱਛਿਆ ਸੀ ਕਿ ਪਾਂਧਾ ਜੀ ਇਹ ਵਿਦਿਆ ਪੜ੍ਹ ਕੇ ਜਮਾਂ ਦੀ ਮਾਰ ਤੋਂ ਛੁੱਟ ਸਕੀਦਾ ਹੈ, ਤਾਂ ਪਾਂਧਾ ਜੀ ਮਹਾਰਾਜ ਜੀਆਂ ਨੂੰ ਦੇਖ ਕੇ ਜਿਸ ਸਮੇਂ ਹੈਰਾਨ ਰਹਿ ਗਏ, ਹੱਥ ਜੋੜ ਕੇ ਕਹਿੰਦੇ ਹਨ, ਨਹੀਂ ਜੀ, ਇਹ ਵਿਦਿਆ ਤਾਂ ਬਸ ਸੰਸਾਰ ਦੇ ਵਿੱਚ ਹੀ ਕੰਮ ਆਉਂਦੀ ਹੈ। ਤੇ ਖਾਲਸਾ ਜੀ ਉਸ ਸਮੇਂ ਹਜੂਰ ਨੇ ਪੁੱਛਿਆ ਸੀ ਪਾਂਧਾ ਜੀਆਂ ਨੇ, ਤੁਹਾਨੂੰ ਉਹ ਵਿਦਿਆ ਆਉਂਦੀ ਹੈ ਜਿੰਦੇ ਕਰਕੇ ਜਮਾਂ ਦੀ ਫਾਹੀ ਛੁੱਟ ਸਕੇ? ਤਾਂ ਸ੍ਰੀ ਰਾਗ ਵਿੱਚ ਜਿਸ ਸਮੇਂ ਹਜੂਰ ਨੇ ਸ਼ਬਦ ਉਚਾਰਨ ਕੀਤਾ ਸੀ, ਜਾਲ ਮੋਹ ਕਸ ਮਸ ਕਰ ਮਤ ਕਾਗਦ ਕਰ ਸਾਰ, ਭਾਉ ਕਲਮ ਕਰ ਚਿੱਤ ਲਿਖਾਰੀ, ਗੁਰ ਪੁੱਛ ਲਿਖ ਵਿਚਾਰ, ਲਿਖ ਨਾਮ ਸਾ ਲਾਹ ਲਿਖ, ਲਿਖ ਅੰਤ ਨਾ ਪਾਰਾਵਾਰ, ਬਾਬਾ ਇਹ ਲੇਖਾ ਲਿਖ ਜਾਣ, ਜਿੱਥੈ ਲੇਖਾ ਮੰਗੀਐ ਤਿੱਥੈ ਹੋਏ ਸੱਚਾ ਨੀਸਾਨ। ਹਜੂਰ ਨੇ ਐਸੇ ਸ਼ਬਦ ਉਚਾਰਿਆ ਸੀ ਕਿ ਜਿਸ ਤਰ੍ਹਾਂ ਖਾਲਸਾ ਜੀ ਜ਼ਿਕਰ ਆਉਂਦਾ ਹੈ ਜਾਲ ਮੋਹ, ਭਾਵ ਜੋ ਇਹ ਦੁਨਿਆਵੀ ਮੋਹ ਹੈ, ਹਜੂਰ ਨੇ ਖਾਲਸਾ ਜੀ ਐਸਾ ਲਿਖਣਾ ਸਿਖਾਇਆ ਸੀ ਕਿ ਕਿਸ ਤਰ੍ਹਾਂ ਜੋ ਅਸੀਂ ਲਿਖਦੇ ਹਾਂ ਪਾਂਧਾ ਜੀ, ਉਹਦੀ ਸ਼ਾਹੀ ਵੀ ਅਸ਼ਚਰਜ ਤਰੀਕੇ ਨਾਲ ਬਣਦੀ ਹੈ, ਉਹ ਕਲਮ ਵੀ ਅਸ਼ਚਰਜ ਹੈ, ਉਹ ਜਿੱਥੇ ਲਿਖਿਆ ਜਾਂਦਾ ਹੈ ਉਹ ਜਗ੍ਹਾ ਵੀ ਅਸ਼ਚਰਜ ਹੈ। ਮਹਾਰਾਜ ਜੀਆਂ ਨੇ ਦੱਸਿਆ ਸੀ ਕਿ ਮੋਹ ਨੂੰ ਸਾੜ ਕੇ ਘਸ ਮਸ, ਭਾਵ ਕਿ ਇਹਨੂੰ ਅਹੰਕਾਰ ਨੂੰ ਘਸ ਕੇ ਇਸ ਦੀ ਸਾਹੀ ਬਣਾ ਲਾ। ਮਤ ਕਾਗਦ ਕਰ ਸਾਰ, ਆਪਣੀ ਮਤ ਨੂੰ ਕਾਗਜ਼ ਬਣਾ ਲਾ। ਭਾਉ ਕਲਮ, ਭਾਵ ਡਰ ਦੀ ਤੇ ਪ੍ਰੇਮ ਦੀ ਕਲਮ ਤੂੰ ਬਣਾ ਲਾ। ਕਰ ਚਿੱਤ ਲਿਖਾਰੀ, ਆਪਣੇ ਹਿਰਦੇ ਨੂੰ ਲਿਖਾਰੀ ਲਾ ਕੇ ਗੁਰ ਪੁੱਛ ਲਿਖ ਵਿਚਾਰ, ਤੇ ਗੁਰੂ ਧਾਰਨ ਕਰਕੇ ਗੁਰੂ ਨੂੰ ਪੁੱਛ ਕੇ ਵਿਚਾਰ ਲਿਖ। ਜਿਸ ਤਰ੍ਹਾਂ ਮਹਾਰਾਜ ਜੀਆਂ ਨੇ ਸਾਡੀ ਗੋਦੀ ਦੇ ਵਿੱਚ ਵਾਹਿਗੁਰੂ ਮੰਤਰ ਪਾਇਆ ਹੈ। ਮਹਾਰਾਜ ਜੀ ਵਾਹਿਗੁਰੂ ਲਿਖੀਏ ਕਿੱਥੇ? ਹਜੂਰ ਕਹਿੰਦੇ ਹਨ ਹਿਰਦੇ ਹੀ ਲਿਖ ਲਿਓ, ਭਾਵ ਹਿਰਦੇ ਦੇ ਵਿੱਚ ਲਿਖ ਲਵੋ। ਲਿਖ ਨਾਮ ਸਾ ਲਾਹ ਲਿਖ, ਲਿਖ ਅੰਤ ਨਾ ਪਾਰਾਵਾਰ, ਬਾਬਾ ਇਹ ਲੇਖਾ ਲਿਖ ਜਾਣ। ਜਿਸ ਤਰ੍ਹਾਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਪਾਂਧੇ ਨੂੰ ਕਹਿੰਦੇ ਹਨ ਕਿ ਐਸਾ ਲੇਖ ਲਿਖਿਆ ਕਰ। ਹਜੂਰ ਐਸੇ ਲੇਖ ਲਿਖਣ ਨਾਲ ਕੀ ਹੁੰਦਾ ਹੈ? ਮਹਾਰਾਜ ਜੀ ਕਹਿੰਦੇ ਹਨ ਜਿੱਥੈ ਲੇਖਾ ਮੰਗੀਐ, ਜਿਸ ਅਕਾਲ ਪੁਰਖ ਵਾਹਿਗੁਰੂ ਦੀ ਦਰਗਾਹ ਵਿੱਚ ਜਦੋਂ ਲੇਖਾ ਮੰਗਿਆ ਜਾਂਦਾ ਹੈ, ਤਿੱਥੈ ਹੋਏ ਸੱਚਾ ਨਿਸ਼ਾਨ। ਉਥੇ ਨਿਸ਼ਾਨ ਦੀ ਤੌਰ ਤੇ, ਭਾਵ ਤੇਰੀ ਜੋ ਵਾਹਿਗੁਰੂ ਮੰਤਰ ਜਪਿਆ ਤੇਰਾ ਕਦੇ ਵਿਅਰਥ ਨਹੀਂ ਜਾਏਗਾ। ਤੇਰੇ ਮੱਥੇ ਤੇ ਪ੍ਰਗਟੇ ਗੋਪਾਲ ਮਹਾਂਤ ਕੇ ਮਾਥੇ, ਭਾਵ ਤੇਰੇ ਮੱਥੇ ਤੇ ਪ੍ਰਗਟ ਹੁੰਦਾ ਵਾਹਿਗੁਰੂ ਮੰਤਰ ਦਿਖੇਗਾ। ਅਕਾਲ ਪੁਰਖ ਵਾਹਿਗੁਰੂ ਦੀ ਦਰਗਾਹ ਵਿੱਚ ਸੁਰਖਰੂ ਹੋ ਕੇ ਸੰਸਾਰ ਵਿੱਚੋਂ ਜਾਵੇਂਗਾ। ਖਾਲਸਾ ਜੀ ਜਿਸ ਤਰ੍ਹਾਂ ਹਜੂਰ ਦੇ ਹੋਰ ਵੀ ਬਚਨ ਆਉਂਦੇ ਹਨ, ਗੁਰਮੁਖੀ ਅੱਖਰ ਜੋ ਹੈ ਭਾਈ, ਸਿੰਘ ਸਿੰਘ ਤੇ ਸੀਖੇ ਜਾਈ, ਔਰ ਜੋ ਵਿਦਿਆ ਜਹ ਤਹ ਹੋਏ, ਅਵਰਣ ਤੇ ਪੀ ਲੇਵੈ ਸੋਏ। ਇਸ ਦਾ ਸ਼ਬਦ ਦਾ ਉੱਪਰਲੇ ਦਾ ਇਹ ਮਤਲਬ ਨਹੀਂ ਸੀ ਕਿ ਸੰਸਾਰੀ ਵਿਦਿਆ ਵੀ ਨਹੀਂ ਪੜ੍ਹਨੀ। ਹਜੂਰ ਕਹਿੰਦੇ ਹਨ ਸੱਚੀ ਵਿਦਿਆ ਨਹੀਂ ਛੱਡ ਦੇਣੀ ਚਾਹੀਦੀ, ਜੋ ਗੁਰਮੁਖੀ ਦੀ ਵਿਦਿਆ ਹੈ। ਹਜੂਰ ਖਾਲਸਾ ਜੀ ਜਿਸ ਤਰ੍ਹਾਂ ਇੱਥੇ ਗੁਰੂ ਘਰ ਵਿੱਚ ਵੀ ਸੰਥਿਆ ਦੀਆਂ ਕਲਾਸਾਂ ਲੱਗਦੀਆਂ ਹਨ, ਸ਼ੁੱਧ ਗੁਰਬਾਣੀ ਸੰਥਿਆ ਲੈ ਕੇ ਪੜ੍ਹਨੀ ਚਾਹੀਦੀ ਹੈ। ਇਹ ਹਜੂਰ ਦੇ ਬਚਨ ਹਨ। ਤੇ ਹੋਰ ਵੀ ਜੋ ਵਿਦਿਆ ਹੈ ਬਾਹਰ ਦੀ ਜੀਵਨ ਦੇ ਨਿਰਵਾਹ ਕਰਨ ਵਾਸਤੇ, ਉਨੀ ਉਹ ਵੀ ਪੜ੍ਹਨੀ ਚਾਹੀਦੀ ਹੈ। ਮਹਾਰਾਜ ਜੀਆਂ ਦਾ ਸਿੰਘ ਹਰੇਕ ਪੱਖ ਵਿੱਚੋਂ ਹੀ ਤਿਆਰ ਬਰ ਤਿਆਰ ਹੋਣਾ ਚਾਹੀਦਾ ਹੈ, ਕਿਉਂਕਿ ਖਾਲਸਾ ਜੀ ਸੰਥਿਆ ਤੋਂ ਬਿਨਾਂ ਆਪਾਂ ਪਾਠ ਤਾਂ ਕਰ ਲੈਂਦੇ ਹਾਂ। ਕਈ ਵਾਰ ਕਹਿੰਦੇ ਹਾਂ ਪੰਜਾਬੀ ਆਉਂਦੀ ਹੈ ਮੈਨੂੰ, ਪਰ ਖਾਲਸਾ ਜੀ ਜੋ ਗੁਰਮੁਖੀ ਮਹਾਰਾਜ ਜੀਆਂ ਨੇ ਜਿਸ ਤਰ੍ਹਾਂ ਖਾਲਸਾ ਜੀ ਬਾਣੀ ਉਚਾਰਨ ਕੀਤੀ ਹੈ, ਇਹ ਬਹੁਤ ਹੀ ਖਾਲਸਾ ਜੀ ਹਜੂਰ ਦੀ ਕਿਰਪਾ ਹੋਵੇ ਤਾਂ ਪੜ੍ਹੀ ਜਾ ਸਕਦੀ ਹੈ।
ਸੁਧ ਸੰਥਿਆ ਲੈ ਕੇ ਸਿੱਖੋ ਸੁਣੋ ਸੂਈ ਸੀਖ ਇਹ ਮੇਰੀ ਬਾਣੀ ਪੜੋ ਸੁਧ ਗੁਰ ਕੇਰੀ। ਕਿ ਮਹਾਰਾਜ ਜੀ ਕਹਿੰਦੇ ਹਨ ਜੇ ਸ਼ੁੱਧ ਬਾਣੀ ਪੜਿਆ ਕਰੋ। ਇਸੇ ਤਰ੍ਹਾਂ ਹਜੂਰ ਨੇ ਜਿਸ ਸਮੇਂ ਪਾਂਧਿਵ ਨੂੰ ਦੱਸਿਆ ਸੀ ਕਿ ਨਾਮ ਲਿਖਿਆ ਕਰ, ਇਹ ਸਭ ਤੋਂ ਉੱਪਰ ਵਾਹਿਗੁਰੂ ਮੰਤਰ ਹੈ। ਸੁਖ ਦੁਖ ਰਹਿਤ ਸਦਾ ਨਿਰਲੇਪੀ। ਮਹਾਰਾਜ ਜੀ ਕਹਿੰਦੇ ਹਨ ਜੋ ਵਾਹਿਗੁਰੂ ਮੰਤਰ ਹੈ ਇਹ ਤੈਨੂੰ ਸੁੱਖਾਂ ਤੇ ਦੁੱਖਾਂ ਤੋਂ ਭਾਵ ਨਿਰਲੇਪ ਕਰ ਦੇਵੇਗਾ। ਜਦੋਂ ਤੂੰ ਜਪੇਗਾ ਨਾ ਹੀ ਤੈਨੂੰ ਕਦੇ ਦੁੱਖ ਪਾਉਣਗੇ ਤੇ ਨਾ ਹੀ ਕਦੇ ਸੁੱਖ। ਜਾ ਕੋ ਕਹਿਤ ਗੁਸਾਈ। ਦੇਖ ਉਹ ਜਿਹਨੂੰ ਗੁਸਾਈ ਕਹਿੰਦੇ ਹਨ, ਗੋ ਨਾਮ ਪ੍ਰਿਥਵੀ ਦਾ ਤੇ ਸਾਈਂ ਜੋ ਪ੍ਰਿਥਵੀ ਦਾ ਸਾਈਂ ਹੈ, ਜੋ ਸਾਰਿਆਂ ਵਿੱਚ ਜਿਸ ਦਾ ਪ੍ਰਕਾਸ਼ ਫੈਲ ਰਿਹਾ ਹੈ। ਹਜੂਰ ਕਹਿੰਦੇ ਹਨ ਦੇਖ ਨਿਰਭਉ ਜਪੈ ਸਗਲ ਭਉ ਮਿਟੈ। ਇਸੇ ਕਰਕੇ ਖਾਲਸਾ ਜੀ ਤੇਰੇ ਸਾਰੇ ਡਰ ਦੂਰ ਹੋ ਜਾਣਗੇ, ਤੂੰ ਉਸੇ ਦਾ ਹੀ ਰੂਪ ਹੋ ਜਾਵੇਂਗਾ। ਸੋ ਤੁਮ ਹੀ ਮੈਂ ਬਸੈ ਨਿਰੰਤਰ। ਮਹਾਰਾਜ ਜੀ ਕਹਿੰਦੇ ਹਨ ਸੋ ਤੁਮ ਹੀ ਮੈਂ ਬਸੈ ਨਿਰੰਤਰ। ਦੇਖ ਅਕਾਲ ਪੁਰਖ ਵਾਹਿਗੁਰੂ ਤੇਰੇ ਵਿੱਚ ਹੀ ਵਸਦਾ ਹੈ। ਨਿਰੰਤਰ ਇੱਕ ਜੋਤ ਜ਼ਮੀਨ ਜ਼ਮਾਨ ਕੇ ਵਿਖੇ ਸਮਸਤ ਏਕ ਜੋਤ ਹੈ। ਨਾ ਘਾਟ ਹੈ ਨਾ ਬਾੜ ਹੈ, ਨਾ ਘਾਟ ਬਾੜ ਹੋਤ ਹੈ, ਨਾ ਹਾਨ ਹੈ ਨਾ ਬਾਨ ਹੈ। ਸਮਾਨ ਰੂਪ ਜਾਨੀਐ ਮਕੀਨ ਔਰ ਮਕਾਨ, ਮੈਂ ਅਪਰਮਾਣ ਤੇਜ ਮਾਨੀਐ। ਹਜੂਰ ਕਹਿੰਦੇ ਹਨ ਹਰ ਇੱਕ ਦੇ ਵਿੱਚ ਇੱਕ ਸਮਾਨ ਅਕਾਲ ਪੁਰਖ ਵਾਹਿਗੁਰੂ ਵਰਤ ਰਹੇ ਹਨ। ਨਾਨਕ ਦਰਪਨ ਨਿਆਈ। ਮਹਾਰਾਜ ਜੀ ਜਿਸ ਤਰ੍ਹਾਂ ਸ਼ਬਦ ਦੇ ਅਖੀਰਲੇ ਖਾਲਸਾ ਜੀ ਪੰਕਤੀ ਵਿੱਚ ਦੱਸ ਰਹੇ ਹਨ, ਨਾਨਕ ਦਰਪਣ ਨਿਆਈ ਭਾਵ ਸ਼ੀਸ਼ੇ ਦੀ ਨਿਆਈ। ਜਿਸ ਤਰ੍ਹਾਂ ਖਾਲਸਾ ਜੀ ਜ਼ਿਕਰ ਆਉਂਦਾ ਹੈ ਕਿ ਜਿਸ ਤਰ੍ਹਾਂ ਸ਼ੀਸ਼ਾ ਹੁੰਦਾ ਹੈ, ਜੋ ਸ਼ੀਸ਼ਾ ਜਿਸ ਤਰ੍ਹਾਂ ਇੱਕ ਤਾਂ ਸ਼ੀਸ਼ਾ ਸਾਫ਼ ਹੁੰਦਾ ਹੈ, ਇੱਕ ਧੁੰਦਲਾ ਤੇ ਗੰਦਾ ਹੁੰਦਾ ਹੈ, ਇੱਕ ਤਾਂ ਖਾਲਸਾ ਜੀ ਕਈ ਸ਼ੀਸ਼ੇ ਨੂੰ ਪੁੱਠਾ ਹੀ ਕਰ ਦਿੰਦੇ ਹਨ। ਅਤੇ ਖਾਲਸਾ ਜੀ ਜਿਸ ਤਰ੍ਹਾਂ ਖਾਲਸਾ ਜੀ ਜ਼ਿਕਰ ਆਉਂਦਾ ਹੈ ਕਿ ਜਦੋਂ ਸ਼ੀਸ਼ਾ ਸਿੱਧਾ ਹੋਵੇ ਭਾਵ ਉਸ ਵਿੱਚ ਆਪਣੀ ਤਸਵੀਰ ਸਾਫ਼ ਦਿਖਦੀ ਹੈ। ਹਜੂਰ ਨੂੰ ਪੁੱਛਿਆ ਸੀ ਨਾ ਇਹਨਾਂ ਨੇ ਕਿ ਹਜੂਰ ਗੁਰੂ ਕਿਹਨੂੰ ਧਾਰਨ ਕਰੀਏ। ਹਜੂਰ ਕਹਿੰਦੇ ਹਨ ਜੋ ਸ਼ੀਸ਼ੇ ਵਰਗਾ ਹੋਵੇ ਉਸ ਨੂੰ ਗੁਰੂ ਧਾਰਨ ਕਰਨਾ ਚਾਹੀਦਾ ਹੈ। ਜੋ ਖਾਲਸਾ ਜੀ ਸਾਡੀ ਸਿੱਧੀ ਮਨ ਦੀ ਜੋ ਸੂਰਤ ਹੈ ਹਜੂਰ ਕੱਢ ਕੇ ਦਿਖਾ ਦਿੰਦੇ ਹਨ। ਫਿਰ ਧੁੰਦਲੇ ਦੀ ਨਿਆਈ ਕਈ ਵਾਰਾਂ ਖਾਲਸਾ ਜੀ ਆਪਾਂ ਨੂੰ ਦੇਖਦੇ ਹਾਂ, ਆਪਾਂ ਆਪਣੇ ਮਨ ਦੀ ਹਾਲਤ ਹੈ ਇਹ, ਜਦੋਂ ਧੁੰਦਲਾ ਸ਼ੀਸ਼ਾ ਹੋਵੇ ਉਹਦੇ 'ਚ ਦੇਖੀਏ ਤਾਂ ਖਾਲਸਾ ਜੀ ਕਈ ਵਾਰਾਂ ਔਗਣ ਨਹੀਂ ਦਿਖਦੇ ਕਿ ਕਿਉਂਕਿ ਆਪਣੇ ਆਪ ਨੂੰ ਬੰਦਾ ਸਾਫ਼ ਹੀ ਸਮਝੀ ਬੈਠਾ ਹੈ। ਅਤੇ ਖਾਲਸਾ ਜੀ ਧੁੰਦਲੇ ਸ਼ੀਸ਼ੇ ਦੀ ਨਿਆਈ ਕਈ ਗੁਰੂ ਇਸ ਤਰ੍ਹਾਂ ਦੇ ਹੁੰਦੇ ਹਨ। ਜਿਸ ਤਰ੍ਹਾਂ ਸਾਧ ਸੰਗਤ ਜੀ ਮੱਖਣ ਸ਼ਾਹ ਗਿਆ ਸੀ ਧੀਰਮਲ ਦੇ ਪਾਸ, ਧੀਰਮਲ ਉਹਦੀ ਹੀ ਸਿਫਤ ਕਰਨ ਲੱਗ ਗਿਆ ਬਾਬਾ ਬਕਾਲਾ ਸਾਹਿਬ ਜੀਆਂ ਦੀ ਧਰਤੀ ਤੇ। ਜਿਸ ਸਮੇਂ ਖਾਲਸਾ ਜੀ ਉਹ 22 ਮੰਜੀਆਂ ਡਾਹ ਕੇ ਪਖੰਡੀ ਬਹਿ ਗਏ ਸੀ ਤਾਂ ਉਸ ਸਮੇਂ ਧੀਰਮਲ ਕਹਿਣ ਲੱਗਾ ਮੱਖਣ ਸ਼ਾਹ ਬੜੀ ਕਿਰਪਾ ਹੈ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੀ, ਤੂੰ ਧੰਨ ਹੈ। ਭਾਵ ਉਹਦੀ ਹੀ ਸਿਫਤ ਕਰਨ ਲੱਗ ਗਿਆ ਕਿਉਂਕਿ ਖਾਲਸਾ ਜੀ ਆਖਣ ਭੀਤਰ ਤੇਲ ਕੋ ਡਾਰ ਸੋ ਲੋਗਣ ਨੀਰ ਬਹਾਏ ਦਿਖਾਵੈ। ਜੋ ਧੰਨਵਾਨ ਲਖੈ ਨਿਜ ਸੇਵਕ ਤਾਹੇ ਪਰੋਸ ਪ੍ਰਸਾਦ ਜਮਾਵੈ। ਜਦੋਂ ਅਮੀਰ ਦੇਖਦਾ ਹੈ ਕਿ ਕੋਈ ਅਮੀਰ ਆਇਆ ਹੈ ਉਹਨੂੰ ਤਾਂ ਪਰੋਸ ਕੇ ਪ੍ਰਸਾਦ ਛਕਾਉਂਦੇ ਹਨ। ਤੀਸਰਾ ਜੋ ਖਾਲਸਾ ਜੀ ਪੁੱਠਾ ਹੀ ਹੋਇਆ ਰਹਿੰਦਾ ਹੈ। ਜਿਸ ਤਰ੍ਹਾਂ ਖਾਲਸਾ ਜੀ ਕੋਈ ਸੂਝੀ ਬੂਝੀ ਨਹੀਂ, ਆਪ ਹੀ ਗੁਰੂ ਬਣ ਕੇ ਪਜਾਉਂਦੇ ਹਨ ਆਪਣੇ ਆਪ ਨੂੰ, ਕੋਈ ਪਰਮਾਰਥ ਦਾ ਪਤਾ ਨਹੀਂ, ਪੁੱਠੇ ਰਸਤੇ ਹੀ ਸੰਸਾਰ ਨੂੰ ਲਾਈ ਰੱਖਦੇ ਹਨ। ਇਸੇ ਤਰ੍ਹਾਂ ਖਾਲਸਾ ਜੀ ਗੁਰੂ ਸਾਡੇ ਮਨ ਦੀ ਤਸਵੀਰ ਸਾਫ਼ ਦਿਖਾਉਂਦੇ ਹਨ। ਫਿਰ ਜਦੋਂ ਭਜਨ ਬੰਦਗੀ ਕਰਨ ਦਾ ਕਦੇ ਕਦੇ ਧੁੰਦਲੇ ਸ਼ੀਸ਼ੇ ਦੀ ਨਿਆਈ ਮਨ ਦੇ ਵਿੱਚ ਵਿਚਾਰ ਉੱਠਦਾ ਹੈ, ਪਰ ਫਿਰ ਕਦੇ ਧੁੰਦ ਹੋਣ ਕਰਕੇ ਇਹ ਸੰਸਾਰ ਦੀ ਕਦੇ ਕੁਝ ਦਿਖਦਾ ਹੀ ਨਹੀਂ। ਪੁੱਠੇ ਸ਼ੀਸ਼ੇ ਦੀ ਨਿਆਈ ਜੋ ਮਨਮੁਖ ਹਨ, ਜੋ ਇਸ ਪੁੱਠੇ ਹੀ ਹੋਏ ਰਹਿੰਦੇ ਹਨ। ਹਜੂਰ ਕਹਿੰਦੇ ਹਨ ਦੇਖ ਅਕਾਲ ਪੁਰਖ ਵਾਹਿਗੁਰੂ ਦਰਪਣ ਦੀ ਨਿਆਈ ਸ਼ੀਸ਼ੇ ਦੀ ਨਿਆਈ ਤੇਰੇ ਨਾਲ ਰਹਿੰਦਾ ਹੈ। ਇਸੇ ਤਰ੍ਹਾਂ ਹੀ ਨਾਨਕ ਦਰਪਨ ਨਿਆਈ। ਮਹਾਰਾਜ ਜੀ ਕਹਿੰਦੇ ਹਨ ਜਿਸ ਤਰ੍ਹਾਂ ਖਾਲਸਾ ਜੀ ਆਕਾਸ਼ ਦੇ ਵਿੱਚ ਚੰਦਰਮਾ ਚੜਿਆ ਹੁੰਦਾ ਹੈ, ਜਿੰਨੇ ਥੱਲੇ ਘੜੇ ਹੋਣ ਘੜਿਆਂ ਦੇ ਵਿੱਚ ਵੀ ਚੰਦਰਮਾ ਦਿਖਦਾ ਹੈ। ਇਹ ਖਾਲਸਾ ਜੀ ਹੁੰਦਾ ਤਾਂ ਆਕਾਸ਼ ਵਿੱਚ ਹੀ ਹੈ, ਪਰ ਉਸ ਦਾ ਪ੍ਰਕਾਸ਼ ਕੱਲੇ ਕੱਲੇ ਘੜੇ ਵਿੱਚ ਜਿਸ ਤਰ੍ਹਾਂ ਪਾਣੀ ਦੇ ਵਿਖਣ ਨੂੰ ਮਿਲਦਾ ਹੈ, ਇਸੇ ਤਰ੍ਹਾਂ ਖਾਲਸਾ ਜੀ ਜਿਸ ਤਰ੍ਹਾਂ ਇੱਕ ਚੰਦ ਉੱਪਰ ਹੁੰਦਾ ਹੈ, ਜੇ ਸਮੁੰਦਰ ਵਿੱਚ ਵੇਖੀਏ ਥੱਲੇ ਵੀ ਦਿਖਦਾ ਹੁੰਦਾ ਹੈ ਤਲਾਅ ਦੇ ਵਿੱਚ। ਜਦੋਂ ਤਲਾਅ ਹਿੱਲਦਾ ਹੈ ਉਹ ਨਾਲ ਚੰਦ ਦੀ ਪਰਛਾਈ ਵੀ ਹਿੱਲਦੀ ਹੈ,
ਪਰ ਆਕਾਸ਼ ਵਿੱਚ ਕਦੇ ਚੰਦ ਨਹੀਂ ਹਿੱਲਿਆ ਕਰਦਾ। ਮਹਾਰਾਜ ਜੀ ਕਹਿੰਦੇ ਹਨ, ਦੇਖ ਸੁੱਖ ਦੁੱਖ ਆਉਂਦੇ ਹਨ, ਤੇਰੇ ਅੰਦਰ ਉਤਰਾ ਚੜਾ ਆਉਂਦੇ ਹਨ, ਪਰ ਅਕਾਲ ਪੁਰਖ ਵਾਹਿਗੁਰੂ ਦਰਪਣ ਦੀ ਨਿਆਈ ਤੇਰੇ ਅੰਦਰ ਵਸਦਾ ਹੈ। ਇਹ ਖਾਲਸਾ ਜੀ ਹਜੂਰ ਦਾ ਇੱਥੇ ਸ਼ਬਦ ਜੋ ਖਾਲਸਾ ਜੀ ਸੋਰਠ ਰਾਗ ਵਿੱਚ ਹਜੂਰ ਨੇ ਕਿਰਪਾ ਕੀਤੀ ਹੈ। 5 ਸ਼ਬਦਾਂ ਦੀ ਕਥਾ ਜਿਸ ਤਰ੍ਹਾਂ ਹਜੂਰ ਨੇ ਕਿਰਪਾ ਨਾਲ ਕਰਾਈ ਹੈ, ਅੱਗੇ ਜਿਸ ਤਰ੍ਹਾਂ ਖਾਲਸਾ ਜੀ ਹਜੂਰ ਦਾ 6ਵਾਂ ਸ਼ਬਦ ਆਵੇਗਾ। ਹਜੂਰ ਮੇਰਾਂ ਦੇ ਘਰ ਵਿੱਚ ਆਉਣਗੇ, ਮਹਾਰਾਜ ਜੀ ਕਿਰਪਾ ਕਰਨਗੇ, ਸਾਨੂੰ ਸਮਝਾਉਣਗੇ। ਜਿਸ ਤਰ੍ਹਾਂ ਹਜੂਰ ਦੀ ਅੰਮ੍ਰਿਤ ਗੁਰਬਾਣੀ ਪੱਥਰ ਦਿਲਾਂ ਤੇ ਵੀ ਅਸਰ ਕਰਦੀ ਹੈ, ਜੇ ਹਿਰਦੇ ਵਿੱਚ ਵਸ ਜਾਵੇ ਤਾਂ ਖਾਲਸਾ ਜੀ ਕਹਿਣ ਦੀ ਗੱਲ ਹੀ ਪਰਾਂ ਦੀ ਹੈ। ਕਿਉਂਕਿ ਜਿਸ ਤਰ੍ਹਾਂ ਬਾਜਾਂ ਵਾਲੇ ਪਿਤਾ ਜੀ ਲਿਖਦੇ ਹਨ, ਤੇਗ ਬਹਾਦਰ ਸਿਮਰੀਐ ਕਰ ਨੌ ਨਿਧ ਆਵੈ ਧਾਏ। ਮਹਾਰਾਜ ਜੀਆਂ ਦਾ ਤਾਂ ਨਾਮ ਲੈਣ ਮਾਤਰ ਸੇ ਹੀ 9 ਨਿਧੀਆਂ ਤੇ 18 ਸਿੱਧੀਆਂ ਆ ਵਸਦੀਆਂ ਹਨ। ਸਭ ਥਾਈਂ ਹੋਏ ਸਹਾਏ, ਸਭ ਥਾਈਂ ਭਾਵ ਲੋਕ ਪਰਲੋਕ ਵਿੱਚ ਹਜੂਰ ਸਹਾਈ ਹੁੰਦੇ ਹਨ। ਅੱਜ ਹਜੂਰ ਨੇ ਦੱਸਿਆ ਹੈ ਕਿ ਕਲਯੁਗ ਦੇ ਵਿੱਚ ਜਿਸ ਤਰ੍ਹਾਂ ਕਲਮੈ ਨਾਮ ਭਾਵ ਕਲਮੈ ਏਕ ਨਾਮ ਕਿਰਪਾ ਨਿਧ ਜਾਹੇ ਜਪੈ ਗਤ ਪਾਵੈ, ਕਿ ਕਲਯੁਗ ਦੇ ਵਿੱਚ ਇੱਕ ਹੀ ਕਿਰਪਾ ਦਾ ਨਿਧ ਦਾ ਜੋ ਨਾਮ ਵਾਹਿਗੁਰੂ ਮੰਤਰ ਹੈ, ਜਿਸ ਨੂੰ ਜਪਣ ਮਾਤਰ ਸੇ ਹੀ ਤੇਰੀ ਗਤੀ ਹੋਏਗੀ। ਤੂੰ ਗੁਰਸਿੱਖਾ ਕਿਉਂ ਨਹੀਂ ਜਪਦਾ? ਹਜੂਰ ਕਹਿੰਦੇ ਹਨ, ਜਪਿਆ ਕਰ, ਅਸੀਂ ਬੈਠੇ ਹਾਂ ਤੇਰੀ ਰੱਖਿਆ ਕਰਾਂਗੇ। ਮਹਾਰਾਜ ਜੀਆਂ ਦਾ ਉਪਦੇਸ਼ ਹਿਰਦੇ ਵਿੱਚ ਵਸੇ। ਹਜੂਰ ਸਾਨੂੰ ਵੀ ਐਸਾ ਪ੍ਰੇਮ ਲਾ ਦੇਣ ਕਿ ਅੰਮ੍ਰਿਤ ਵੇਲੇ ਉੱਠ ਕੇ ਅਸੀਂ ਵੀ ਹਜੂਰ ਦਾ ਨਾਮ ਜਪਿਆ ਕਰੀਏ। ਜਿਸ ਤਰ੍ਹਾਂ ਹਜੂਰ ਦੇ ਪ੍ਰੇਮ ਵਾਲੇ ਗੁਰਸਿੱਖ ਭਾਈ ਪਾਰੋ ਜੀ, ਧੰਨ ਬਾਬਾ ਬੁੱਢਾ ਜੀ, ਧੰਨ ਭਾਈ ਮਹਿੰਗਾ ਜੀ, ਧੰਨ ਭਾਈ ਗੋਪਾਲਾ ਜੀ ਇਤਿਆਦਿਕ ਗੁਰਸਿੱਖ ਜਪਦੇ ਰਹੇ ਹਨ। ਮਹਾਰਾਜ ਜੀ ਕਿਰਪਾ ਕਰਨ, ਹਜੂਰ ਦਾ ਉਪਦੇਸ਼ ਹਿਰਦੇ ਵਿੱਚ ਵਸੇ। ਆਓ ਹਜੂਰ ਦੇ ਚਰਨਾਂ ਦਾ ਧਿਆਨ ਧਰ ਕੇ ਆਖੋ ਜੀ, ਤੇਗ ਬਹਾਦਰ ਸਿਮਰੀਐ ਗੁਰ ਤੇਗ ਬਹਾਦਰ ਸਿਮਰੀਐ। 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 ਕਰ ਨੌ ਨਿਧ ਆਵੈ ਧਾਏ, ਕਰ ਨੌ ਨਿਧ ਆਵੈ ਧਾਏ। ਕਰ ਨੌ ਨਿਧ ਆਵੈ ਧਾਏ, ਕਰ ਨੌ ਨਿਧ ਆਵੈ ਧਾਏ। ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ। 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 ਤੇਗ ਬਹਾਦਰ ਸਿਮਰੀਐ ਗੁਰ ਤੇਗ ਬਹਾਦਰ ਸਿਮਰੀਐ। ਤੇਗ ਬਹਾਦਰ ਸਿਮਰੀਐ ਗੁਰ ਤੇਗ ਬਹਾਦਰ ਸਿਮਰੀਐ। ਗੁਰ 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 ਤੇਗ ਬਹਾਦਰ ਸਿਮਰੀਐ ਗੁਰ ਤੇਗ ਬਹਾਦਰ ਸਿਮਰੀਐ। ਕਲ ਮੈਂ ਏਕ ਨਾਮ ਕਿਰਪਾ ਨਿਧ, ਕਲ ਮੈਂ ਏਕ ਨਾਮ ਕਿਰਪਾ ਨਿਧ। ਕਲ ਮੈਂ ਏਕ ਨਾਮ ਕਿਰਪਾ ਨਿਧ, ਕਲ ਮੈਂ ਏਕ ਨਾਮ ਕਿਰਪਾ ਨਿਧ। ਜਾਹੇ ਜਪੈ ਗਤ ਪਾਵੈ, ਜਾਹੇ ਜਪੈ ਗਤ ਪਾਵੈ। ਜਾਹੇ ਜਪੈ ਗਤ ਪਾਵੈ, ਜਾਹੇ ਜਪੈ ਗਤ ਪਾਵੈ। ਜਾਹੇ ਜਪੈ ਗਤ ਪਾਵੈ,
ਜਾਹੇ ਜਪੈ ਗਤ ਪਾਵੈ। ਜਾਹੇ ਜਪੈ ਗਤ ਪਾਵੈ, ਜਾਹੇ ਜਪੈ ਗਤ ਪਾਵੈ। ਜਾਹੇ ਜਪੈ ਗਤ ਪਾਵੈ, ਜਾਹੇ ਜਪੈ ਗਤ ਪਾਵੈ। ਜਾਹੇ ਜਪੈ ਗਤ ਪਾਵੈ, ਜਾਹੇ ਜਪੈ ਗਤ ਪਾਵੈ। ਹਜੂਰ ਦੇ ਚਰਨਾਂ ਵਿੱਚ ਸਾਧ ਸੰਗਤ ਜੀ ਅਰਦਾਸ ਕਰੀਏ। ਮਹਾਰਾਜ ਜੀ ਏਤੇ ਔਗਣ ਮੋਹ ਤਨ ਮਾਹੀ। ਮਹਾਰਾਜ ਜੀ ਇੱਕ ਔਗਣ ਨਹੀਂ ਹੈਗਾ, ਬਹੁਤੇ ਔਗਣ ਚੱਕੀ ਫਿਰਦਾ ਹਾਂ। ਰਾਖ ਲਿਹੋ ਪ੍ਰਭ ਸਰਣ ਗਹੀ। ਜੇ ਮਹਾਰਾਜ ਜੀ ਸਤ ਸੰਗਤ ਵਿੱਚ ਸਾਨੂੰ ਲੈ ਹੀ ਆਉਂਦੇ ਹੋ, ਮਹਾਰਾਜ ਜੀ ਨਾਮ ਦੀ ਵੀ ਕਿਰਪਾ ਕਰ ਦੇਵੋ। ਸਾਨੂੰ ਵੀ ਆਪ ਜੀਆਂ ਦੇ ਨਾਮ ਦੇ ਨਾਲ ਪ੍ਰੇਮ ਲੱਗ ਜਾਵੇ। ਅਨੇਕ ਜਨਮ ਕੇ ਵਿਛੜੇ ਮੇਲੋ। ਮਹਾਰਾਜ ਜੀ ਇੱਕ ਨਹੀਂ ਅਨੇਕਾਂ ਜਨਮਾਂ ਦੇ ਵਿਛੜੇ ਹੋਏ ਹਾਂ। ਵਿਛੜਿਆ ਹੋਇਆਂ ਨੂੰ ਮਹਾਰਾਜ ਜੀ ਹੁਣ ਤੁਹਾਡਾ ਹੀ ਸਹਾਰਾ ਹੈ। ਪਾਵਨ ਪਤਿਤ ਤਵੈ ਬਿਰਧ ਕਹੀ। ਮਹਾਰਾਜ ਜੀ ਵੱਡੇ ਵੱਡੇ ਪਾਪੀਆਂ ਨੂੰ ਤੁਸੀਂ ਤਾਰ ਦਿੰਦੇ ਹੋ। ਇਹ ਤਾਂ ਮਹਾਰਾਜ ਜੀ ਤੁਹਾਡਾ ਸੁਭਾਵ ਕਿਹਾ ਜਾਂਦਾ ਹੈ। ਇਹ ਸੁਣ ਕੇ ਮਹਾਰਾਜ ਜੀ ਮੈਨੂੰ ਥੋੜੀ ਮਨ ਨੂੰ ਧਰਵਾਸ ਆਈ ਹੈ ਕਿ ਵੱਡੇ ਵੱਡੇ ਪਾਪੀ ਵੀ ਹਜੂਰ ਤੁਹਾਡੇ ਦਰ ਤੋਂ ਤਰ ਜਾਂਦੇ ਹਨ। ਉਤਪਤ ਪਰਲਿਆ ਚੋਜ ਸਭ ਤੁਮਰੇ। ਮਹਾਰਾਜ ਜੀ ਉਤਪਤੀ ਕਰਨੀ ਜਾਂ ਸੰਸਾਰ ਦਾ ਨਾਸ਼ ਕਰ ਦੇਣਾ, ਇਹ ਤਾਂ ਹਜੂਰ ਤੁਹਾਡੇ ਚੋਜ ਨੇ। ਇਸੇ ਤਰ੍ਹਾਂ ਹਜੂਰ ਮਹਾਰਾਜ ਜੀ ਜੇ ਅੰਦਰ ਗੁਰਸਿੱਖੀ ਦਰਿਆ ਵਾਂਗੂ ਚਲਾਉਣੀ, ਮਹਾਰਾਜ ਜੀ ਜਾਂ ਜਮਾ ਹੀ ਨਾਸਤਿਕ ਬਣਾ ਦੇਣਾ, ਇਹ ਤਾਂ ਹਜੂਰ ਤੁਹਾਡੀ ਮੌਜ ਹੈ। ਉਤਪਤ ਪਰਲਿਆ ਚੋਜ ਸਭ ਤੁਮਰੇ, ਤੁਮ ਬਿਨ ਦੂਸਰ ਅਵਰ ਨਹੀਂ। ਮਹਾਰਾਜ ਜੀ ਤੁਹਾਡੇ ਤੋਂ ਬਿਨਾਂ ਦੂਜਾ ਕੋਈ ਹੋਰ ਹੋਵੇ ਤਾਂ ਉਹਦੇ ਪਾਸ ਜਾਵਾਂ। ਮੋਹੇ ਅਨਾਥ ਕੇ ਦਾਤੇ ਸੁਆਮੀ। ਮਹਾਰਾਜ ਜੀ ਤੁਸੀਂ ਤਾਂ ਨਾਥਾਂ ਦੇ ਨਾਥ ਹੋ। ਮੈਂ ਅਨਾਥ ਆਪ ਜੀਆਂ ਦੀ ਸ਼ਰਨ ਵਿੱਚ ਢਹਿ ਪਿਆ ਹਾਂ। ਮੋਹੇ ਅਨਾਥ ਕੇ ਦਾਤੇ ਸੁਆਮੀ। ਰਾਖ ਲਿਹੋ ਵੱਡ ਪੁੰਨ ਅਹੀ। ਮਹਾਰਾਜ ਜੀ ਰੱਖ ਲਵੋ। ਮਹਾਰਾਜ ਜੀ ਸਾਨੂੰ ਇਹੀ ਸਾਡੇ ਵਾਸਤੇ ਵੀ ਵੱਡਾ ਪੁੰਨ ਹੋਵੇਗਾ ਜੇ ਸੰਗਤ ਵਿੱਚ ਆ ਕੇ ਨਾਮ ਜਪਾਂਗੇ। ਹਜੂਰ ਕਿਰਪਾ ਕਰਨ। ਹਜੂਰ ਦਾ ਉਪਦੇਸ਼ ਸਾਡੇ ਹਿਰਦੇ ਵਿੱਚ ਵਸੇ। ਮਹਾਰਾਜ ਜੀਆਂ ਨੇ ਕਿਰਪਾ ਕੀਤੀ ਹੈ। ਸਾਧ ਸੰਗਤ ਜੀ ਜੇ 5 ਮਿੰਟ ਹਜੂਰ ਨੇ ਲੱਗਦਾ ਹੈ ਹੋਰ ਬਖਸ਼ੇ ਹਨ। ਹਜੂਰ ਚਾਹੁੰਦੇ ਹਨ ਸਤ ਸੰਗਤ ਵਿੱਚ ਜੁੜ ਕੇ 5 ਮਿੰਟ ਹੋਰ ਨਾਮ ਜਪੀਏ, ਹਜੂਰ ਦੇ ਚਰਨਾਂ ਦਾ ਧਿਆਨ ਧਰੀਏ। ਆਖੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿ